एएनबी न्यूज़ में ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰਾਂਗੇ। ਹਾਲਾਂਕਿ ਪੰਜਾਬ सरकार ते सेंटर सरकार अपने पद्धर ते जिहड़ा पंजाब दे अंदर ऐसी बच्चियां दे नाम ते जिहड़ा वजीफा आउंदा उहदे ते घपले संबंधी जांचां चल रहीआं ने। पंजाब सरकार की 3 मैंबरी कमेटी है, सेंटर तो भी जांच कर रही है कमेटी। और रिपोर्ट की आउंदी है, रिपोर्ट आउण तो बाद किहड़े दोषी होणगे, कि दोषियां नूं सज़ा मिलेगी, वो एक वखरा विषय सरकार का। सरकार उत्थे हमेशा ही अपना नफा नुकसान देखती है, पर कुल मिला के जो नुकसान हो रहा सूबे के दलित वर्ग के नाल संबंध रखने वाले भाईचारे का, कुड़ियां मुंडियां का, जिहड़े वख-वख कॉलेजां दे विच यूनीवर्सिटियां दे विच पढ़दे ने, नुकसान उन्हां दा हो रहा। और वैसे भी करीब 13 साल पहला एक स्टडी की सी पंजाबी यूनीवर्सिटी पटियाला वालों, ਜਿਹੜੇ ਪੰਜਾਬ ਦੇ ਜਿਹੜੇ ਬੱਚੇ ਨੇ ਪਿੰਡਾਂ ਤੋਂ ਨਿਕਲ ਕੇ, ਚਾਹੇ ਉਹ ਕਿਸੇ ਵੀ ਸਮਾਜ ਦੇ ਨਾਲ ਸੰਬੰਧ ਰੱਖਦੇ ਨੇ, ਉਹਨਾਂ ਦੀ ਜਿਹੜੀ ਗਿਣਤੀ ਮਹਿਜ਼ 3% ਵੀ ਨਹੀਂ ਆ ਜਿਹੜੇ ਯੂਨੀਵਰਸਿਟੀ ਲੈਵਲ ਤੇ ਪਹੁੰਚਦੇ ਨੇ। ਤੇ ਅਗਰ ਹੁਣ ਪੰਜਾਬ ਦੇ ਵਿੱਚ ਇਹ ਹਾਲਾਤ ਹੋਏ ਕਿ ਅਗਰ ਦਲਿਤ ਬੱਚਿਆਂ ਕੋਲੋਂ ਵਿੱਦਿਆ ਖੋਈ ਗਈ ਤਾਂ ਫਿਰ ਇਹ ਜਿਹੜੀ ਔਸਤਨ ਆ ਉਹ ਹੋਰ ਹੇਠਾਂ ਚਲੇ ਜਾਏਗੀ, ਕਿਉਂਕਿ ਬਹੁਤਾ ਜਿਹੜਾ ਜਰਨਲ ਸਮਾਜ ਦਾ ਜਿਹੜਾ ਬੱਚਾ ਉਹ +2 ਕਰਨ ਤੋਂ ਬਾਅਦ ਹੀ ਵਿਦੇਸ਼ਾਂ ਦੇ ਵਿੱਚ ਚਲਾ ਜਾ ਰਿਹਾ। ਔਰ ਜਿਹੜੇ ਪੰਜਾਬ ਦੇ ਵਿੱਚ ਖਾਸ ਕਰਕੇ ਜਾਂ ਜਿਹੜੇ ਮਾਤੜ ਲੋਕ ਨੇ, ਜਾਂ ਜਿਹੜੇ ਜਿਨ੍ਹਾਂ ਕੋਲ ਪੈਸਾ ਨਹੀਂ, ਜਾਂ ਫਿਰ ਜਿਹੜਾ ਦਲਿਤ ਵਰਗ ਦੇ ਲੋਕ ਨੇ, ਉਹਨਾਂ ਦੇ ਬੱਚੇ ਪੰਜਾਬ ਵਿੱਚ ਰਹਿ ਰਹੇ ਨੇ। ਪਰ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ 1650 ਕਾਲਜ ਨੇ ਜੋ ਵੱਖ-ਵੱਖ ਤਰ੍ਹਾਂ ਦੀ ਪੜ੍ਹਾਈ ਕਰਾਉਂਦੇ, ਚਾਹੇ ਉਹਦੇ ਵਿੱਚ ਮੈਡੀਕਲ ਹੋਵੇ, ਚਾਹੇ ਨੌਨ ਮੈਡੀਕਲ ਹੋਵੇ, ਚਾਹੇ ਆਰਟਸ ਹੋਵੇ, ਚਾਹੇ ਤਕਨੀਕੀ ਸਿੱਖਿਆ ਹੋਵੇ, ਚਾਹੇ ITI ਹੋਣ। ਇਹਨਾਂ ਦੀ ਇੱਕ ਸਾਂਝੀ ਸੰਸਥਾ ਹੈਗੀ ਹੈ ਜੀ, ਜੁਆਇੰਟ ਐਸੋਸੀਏਸ਼ਨ ਆਫ ਕਾਲਜਸ। ਇਹ ਉਹਦੇ ਪ੍ਰਧਾਨ ਨੇ ਸਰਦਾਰ ਜਗਜੀਤ ਸਿੰਘ ਧੂਰੀ। ਇਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰ ਦਿੱਤੀ ਹੈ, ਅਪੀਲ ਕੀਤੀ ਹੈਗੀ ਹੈ ਕਿ ਦਲਿਤ ਵਿਦਿਆਰਥੀਆਂ ਜਿਹੜਾ ਭਵਿੱਖ ਆ ਉਹ ਤੁਹਾਡੇ ਹੱਥਾਂ ਦੇ ਵਿੱਚ ਆ। ਤੁਸੀਂ ਬੱਚਿਆਂ ਨੂੰ ਪੜ੍ਹਾਉਣਾ ਜਾਂ ਨਹੀਂ ਪੜ੍ਹਾਉਣਾ, ਇਹ ਪੰਜਾਬ ਸਰਕਾਰ ਨੂੰ ਫੈਸਲਾ ਕਰਨਾ ਪਏਗਾ। ਜਿਹੜੇ ਦਲਿਤ ਵਰਗ ਦੇ ਬੱਚੇ ਜਿਨ੍ਹਾਂ ਦੀ ਗਿਣਤੀ 3 ਲੱਖ ਸੀ, ਉਹ ਘਟ ਕੇ 2 ਲੱਖ ਰਹਿ ਗਿਆ। ਤੇ ਅਗਰ ਸਰਕਾਰ ਨੇ ਇਹਨਾਂ ਕਾਲਜਾਂ ਦੀ ਬਾਂਹ ਨਾ ਫੜੀ, ਜਾਂ ਇਹਨਾਂ ਕਾਲਜਾਂ ਦੇ ਜਿਹੜੇ ਪੈਂਡਿੰਗ ਅਮਾਊਂਟ ਆ ਬਹੁਤ ਵੱਡੀ ਅਗਰ ਨਾ ਦਿੱਤੀ, ਤੇ ਫਿਰ ਲਾਜ਼ਮੀ ਤੌਰ ਤੇ ਕੋਈ ਟਾਵਾਂ ਵਿਰਲਾ ਹੀ ਦਲਿਤ ਵਰਗ ਦਾ ਕੋਈ ਕੁੜੀ ਜਾਂ ਮੁੰਡਾ ਉਹ ਯੂਨੀਵਰਸਿਟੀ ਛੱਡੋ ਕਾਲਜ ਵੀ ਪਹੁੰਚ ਨਹੀਂ ਪਾਏਗਾ। ਤੇ ਸਾਡੇ ਨਾਲ ਨੇ ਸਰਦਾਰ ਜਗਜੀਤ ਸਿੰਘ ਧੂਰੀ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਸਰ, ਜਿਹੜੀ ਅਪੀਲ ਕੀਤੀ ਤੁਸੀਂ ਪੰਜਾਬ ਸਰਕਾਰ ਨੂੰ, ਉਹ ਕਿਹੜੀ ਅਪੀਲ ਆ? ਕਿਉਂ ਲੋੜ ਪੈ ਗਈ ਸਰਕਾਰ ਨੂੰ ਕਿ ਜਿੱਡੀ ਜ਼ਿੰਮੇਵਾਰੀ ਤੁਹਾਡੀ ਉਨੀ ਜ਼ਿੰਮੇਵਾਰੀ ਤੇ ਪੰਜਾਬ ਸਰਕਾਰ ਦੀ ਵੀ ਹੈ ਕਿ ਬੱਚਾ ਕਿਸੇ ਵੀ ਵਰਗ ਦਾ ਹੋਵੇ, ਚਾਹੇ ਉਹ ਦਲਿਤ ਵਰਗ ਦਾ, ਚਾਹੇ ਜਨਰਲ ਸਮਾਜ ਦਾ ਹੈਗਾ, ਅਗਰ ਉਹ ਬੱਚਾ ਪੜ੍ਹਾਈ ਤੋਂ ਵਾਂਝਾ ਰਹਿ ਗਿਆ ਤਾਂ ਫਿਰ ਸਾਡੇ ਪੰਜਾਬ ਦੇ ਪੱਲੇ ਤੇ ਅੱਗੇ ਕੁਛ ਨਹੀਂ ਰਹਿ ਗਿਆ। ਕਿਸਾਨੀ ਮਰ ਗਈ ਹੈ, ਜਵਾਨੀ ਬਾਹਰ ਨੂੰ ਭੱਜੀ ਜਾ ਰਹੀ ਹੈ ਜੀ। ਭੁੱਲਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਸ ਅਪੀਲ ਨੂੰ ਦੱਸਣ ਤੋਂ ਪਹਿਲਾਂ ਦੱਸਣਾ ਚਾਹਣਾ ਜੀ ਕਿ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈਗੀ ਹੈ, ਇਹ ਕੇਂਦਰ ਵੱਲੋਂ ਸਪਾਂਸਰ ਸਕੀਮ ਸੀਗੀ ਜੀ। ਤੇ ਲਗਭਗ ਇਹ 2010 ਤੋਂ ਅਸੀਂ ਆਪਦੇ ਪ੍ਰਾਈਵੇਟ ਸੰਸਥਾਵਾਂ ਵਿੱਚ ਇਹ ਲਾਗੂ ਕੀਤੀ ਹੋਈ ਹੈ ਜੀ। ਜੇ ਅਸੀਂ ਸਹੀ ਅਰਥਾਂ ਵਿੱਚ ਕਹੀਏ ਤੇ ਜੇ ਅੱਜ ਇਹ ਸਕੀਮ ਚੱਲ ਰਹੀ ਆ ਤਾਂ ਸਿਰਫ ਔਰ ਸਿਰਫ ਜਿਹੜੀਆਂ ਸੈਲਫ ਫਾਈਨਾਂਸਡ ਪ੍ਰਾਈਵੇਟ ਸੰਸਥਾਵਾਂ ਨੇ ਜੀ ਉਹਨਾਂ ਦੇ ਸਿਰ ਤੇ ਹੀ ਚੱਲ ਰਹੀ ਹੈ। ਕਿਉਂਕਿ ਜਦੋਂ ਇਹ ਮਾਡਲ ਆਇਆ ਸੀਗਾ ਤਾਂ ਉਸ ਸਮੇਂ ਸਾਨੂੰ ਕਿਹਾ ਗਿਆ ਸੀ ਪ੍ਰਾਈਵੇਟ ਸੰਸਥਾਵਾਂ ਨੂੰ ਵੀ ਤੁਸੀਂ ਜਿਹੜੇ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਯੋਗ ਵਿਦਿਆਰਥੀ ਨੇ, ਇਹਨਾਂ ਨੂੰ ਤੁਸੀਂ ਫ੍ਰੀ ਐਜੂਕੇਸ਼ਨ ਦੇਣੀ ਆ, ਇਹਨਾਂ ਤੋਂ ਕਿਸੇ ਕਿਸਮ ਦੀ ਫੀਸ ਨਹੀਂ ਲੈਣੀ ਜੀ। ਤੇ 2-3 ਸਾਲ ਇਸ ਦੀ ਰੀਇੰਬਰਸਮੈਂਟ ਸਾਨੂੰ ਵਾਪਸ ਆਉਂਦੀ ਰਹੀ ਆ। ਉਸ ਤੋਂ ਬਾਅਦ 2016-17 ਤੋਂ ਲੈ ਕੇ ਹੁਣ ਤੱਕ 1850 ਕਰੋੜ ਰੁਪਈਆ ਜੀ ਪ੍ਰਾਈਵੇਟ ਸੰਸਥਾਵਾਂ ਦਾ ਸਰਕਾਰ ਵੱਲ ਖੜਾ, ਲਗਭਗ 4 ਸਾਲ ਹੋ ਗਏ ਨੇ। 4 ਸਾਲ ਹੋ ਗਏ ਨੇ, ਜਿਹਦੇ ਵਿੱਚ 16-17 ਦਾ ਕੁਝ ਪਰਸੈਂਟੇਜ ਹੈ, ਉਸ ਤੋਂ ਅਗਲੇ ਸਾਲਾਂ ਦਾ ਕਾਫੀ ਫੁੱਲ ਹੈਗਾ। ਤਾਂ ਅਸਲ ਵਿੱਚ ਕਹਿ ਲਿਆ ਜਾਵੇ ਵੀ ਅਸੀਂ ਇਹ ਵਿਦਿਆਰਥੀਆਂ ਨੂੰ ਫ੍ਰੀ ਪੜ੍ਹਾਇਆ, ਇਹਨਾਂ ਤੋਂ ਕੋਈ ਕਿਸਮ ਦੀ ਫੀਸ ਨਹੀਂ ਲਈ। ਇੱਥੋਂ ਤੱਕ ਕਿ ਬਹੁਤ ਸਾਰੇ ਕੋਰਸਾਂ ਦੀ, ਜਿਵੇਂ ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਿਤ ਕੋਰਸ ਨੇ, ਉਹਨਾਂ ਵਿਦਿਆਰਥੀਆਂ ਦੀ ਐਗਜ਼ਾਮੀਨੇਸ਼ਨ ਫੀਸ ਵੀ ਅਸੀਂ ਆਪਣੇ ਕੋਲੋਂ ਭਰੀ। ਅੱਛਾ, ਸਰਕਾਰ ਉਹ ਵੀ ਕਹਿੰਦੀ ਹੈ ਕਿ ਬੱਚੇ ਨਹੀਂ ਦੇਣਗੇ ਜੀ, ਉਹ ਤੁਸੀਂ ਦਿਓ ਕਿਉਂਕਿ ਇਸ ਦੀ ਵਾਪਸੀ ਤੁਹਾਨੂੰ ਹੋਣੀ ਆ। ਇਹ ਕਹਿ ਕੇ ਸਾਡੇ ਤੋਂ ਇਹਨਾਂ ਨੇ ਐਗਜ਼ਾਮੀਨੇਸ਼ਨ ਫੀਸਾਂ ਤੱਕ ਵੀ ਵਿਦਿਆਰਥੀਆਂ ਦੀਆਂ ਭਰਾ ਲਈਆਂ ਜੀ। ਤੇ ਵੱਖ-ਵੱਖ ਨਿਰਦੇਸ਼ ਆਉਂਦੇ ਰਹੇ ਡਿਸਟ੍ਰਿਕਟ ਮੈਜਿਸਟ੍ਰੇਟਸ ਥਰੂ, ਡਿਪਾਰਟਮੈਂਟ ਥਰੂ, ਵੀ ਤੁਸੀਂ ਕਿਸੇ ਕਿਸਮ ਨੇ ਬਹੁਤ ਗੰਭੀਰ ਐਕਸ਼ਨ ਵੀ ਲੈਣ ਦੀ ਗੱਲ ਕੀਤੀ ਗਈ ਵੀ ਕੋਈ ਪੈਸਾ ਨਹੀਂ ਲੈਣਾ। ਵਿੱਚ ਦੀ ਫਿਰ ਇਹ ਸਕੀਮ ਦਾ ਮਾਡਲ ਆਇਆ ਵੀ ਤੁਸੀਂ ਅਗਰ ਚਾਹੁੰਦੇ ਹੋ ਤਾਂ ਦੋਨੇ ਮਾਡਲ ਅਡਾਪਟ ਕਰ ਸਕਦੇ ਹੋ। ਪਹਿਲਾਂ ਬੱਚੇ ਤੋਂ ਫੀਸ ਲੈ ਸਕਦੇ ਹੋ ਤੇ ਉਹ ਫੀਸ ਬੱਚੇ ਨੂੰ ਰੀਇੰਬਰਸਮੈਂਟ ਹੋ ਜੂਗੀ।
ਪਰੰਤੂ ਜਿਹੜੇ ਦਲਿਤ ਵਿਦਿਆਰਥੀ ਨੇ, ਜਿਵੇਂ ਤੁਸੀਂ ਪਹਿਲਾਂ ਹੀ ਕਿਹਾ ਵੀ ਜੇਕਰ ਉਹਨਾਂ ਕੋਲ ਇੰਨੀ ਸਮਰੱਥਾ ਹੋਵੇ ਤਾਂ ਫਿਰ ਉਹਨਾਂ ਲਈ ਇਹ ਵਜ਼ੀਫੇ ਦੀ ਲੋੜ ਨਹੀਂ ਸੀਗੀ ਜੀ। ਤੇ ਇਸ ਲਈ ਕਾਲਜਾਂ ਨੇ ਇਹ ਗੱਲ ਨੂੰ ਸਮਝਦੇ ਹੋਏ ਉਹਨਾਂ ਦਲਿਤ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਤੇ ਇਸ ਉਮੀਦ ਦੇ ਨਾਲ ਵੀ ਸਰਕਾਰਾਂ ਕਦੇ ਵੀ ਕੋਈ ਇਹੋ ਜਿਹਾ ਕੰਮ ਨਹੀਂ ਕਰਦੀਆਂ ਹੁੰਦੀਆਂ ਵੀ ਉਹ ਵਾਪਸੀ ਨਾ ਹੋਵੇ, ਤਾਂ ਉਹ ਅਮਾਉਂਟ ਇਕੱਠੀ ਹੁੰਦੀ ਗਈ ਤੇ ਤਕਰੀਬਨ 4 ਸਾਲ ਤੋਂ ਸਾਡੀ ਜੈਕ ਹੈਗੀ ਜਿਹੜੀ ਜੁਆਇੰਟ ਐਸੋਸੀਏਸ਼ਨ ਆਫ ਕਾਲਜਸ ਹੈ, ਜਿਹਦੇ 1650 ਕਾਲਜ ਨੇ, 13 ਵੱਖ-ਵੱਖ ਐਸੋਸੀਏਸ਼ਨਸ ਨੇ, ਇਹ 'ਚ ਬੀਐਡ, ਈਡੀਟੀ, ਆਈਟੀਆਈ, ਇੰਜੀਨੀਅਰਿੰਗ, ਮੈਡੀਕਲ ਤੋਂ ਲੈ ਕੇ ਪੰਜਾਬ ਪ੍ਰਾਈਵੇਟ ਯੂਨੀਵਰਸਿਟੀਆਂ ਵੀ ਹੁਣ ਇਸ ਦੇ ਵਿੱਚ ਸ਼ਾਮਲ ਨੇ। ਨਹੀਂ, ਸਰਕਾਰ ਨੇ ਕਿਉਂ ਤੁਹਾਡੇ ਪੈਸੇ ਰੋਕ ਛੱਡਿਆ? ਕਿ ਵਜ੍ਹਾ ਕੀ ਹੈ ਕਿ 1850 ਕਰੋੜ ਬਹੁਤ ਵੱਡੀ ਅਮਾਉਂਟ ਹੈ ਜੀ। ਦੇਖੋ, ਜੇ ਮੈਂ ਐ ਸਿੱਧੇ ਤੌਰ ਤੇ ਕਹਾਂ ਵੀ ਇਹਦੇ ਵਿੱਚ ਸਰਕਾਰ ਦਾ ਕੋਈ ਫਾਇਦਾ ਸੀ ਜਾਂ ਕੋਈ ਇਹਨਾਂ ਦੀ ਇਸ ਤਰ੍ਹਾਂ ਦੀ ਮਨਸ਼ਾ ਸੀ, ਇਸ ਤਰ੍ਹਾਂ ਨਹੀਂ ਸੀ। ਇਹ ਮਸਲਾ ਅਸਲ ਵਿੱਚ ਅਕਾਲੀ ਗੌਰਮੈਂਟ ਤੋਂ ਸ਼ੁਰੂ ਹੁੰਦੇ ਹੋਏ ਹੁਣ ਤੱਕ ਕੰਟੀਨਿਊ ਹੈ। ਇਹਨਾਂ ਨੇ ਯੂਸੀ ਭੇਜਣਾ ਹੁੰਦਾ ਵੀ ਇਸ ਪੈਸੇ ਨੂੰ ਅਸੀਂ ਯੂਟਿਲਾਈਜ਼ ਕਰ ਲਿਆ। ਜੀ ਜੀ। ਸੋ ਮੈਂ ਤਾਂ ਕਹੂੰਗਾ ਵੀ ਇਹ ਮਹਿਕਮਿਆਂ ਦੇ ਨਲਾਇਕੀ ਹੈ ਜਿਨ੍ਹਾਂ ਨੇ ਇਹਨੂੰ ਸਮੇਂ ਸਿਰ ਡਿਸਪਰਸ ਨਾ ਕਰਦੇ ਹੋਏ ਇਹ ਰਿਪੋਰਟਾਂ ਨਹੀਂ ਭੇਜੀਆਂ ਤੇ ਕੇਂਦਰ ਵੱਲੋਂ ਇਹ ਪੈਸਾ ਆਉਂਦਾ ਰਿਹਾ ਤੇ ਉਸ ਵਜ੍ਹਾ ਕਰਕੇ ਇਹਨਾਂ ਦੇ ਨਾਂ ਪੈਰਵਾਈ ਕਰਨ ਕਰਕੇ ਪ੍ਰੋਪਰ ਇਹ ਪੈਸਾ ਇਕੱਠਾ ਹੁੰਦਾ ਗਿਆ। ਕੇਂਦਰ ਨੇ ਦੇਤਾ ਪੈਸਾ ਪੰਜਾਬ ਦੇ ਖਜ਼ਾਨੇ 'ਚ ਜੀ। ਹੁਣ ਜਿਵੇਂ ਮੈਂ ਤੁਹਾਨੂੰ ਤਾਜ਼ਾ ਐਗਜ਼ਾਮਪਲ ਦੇਵਾਂ, 309 ਕਰੋੜ ਰੁਪਏ 1850 ਕਰੋੜ ਦੇ ਵਿੱਚੋਂ ਆਏ ਨੂੰ 5-7 ਮਹੀਨੇ ਹੋ ਗਏ। ਜੀ ਜੀ। ਅਸੀਂ ਵੱਖ-ਵੱਖ ਰੀਪ੍ਰਜੈਂਟੇਸ਼ਨਾਂ ਦੇ ਦਿੱਤੀਆਂ, ਗੁਹਾਰ ਲਾਈ ਵੀ ਕਾਲਜ ਬੰਦ ਹੋ ਰਹੇ ਨੇ, ਬੈਂਕਾਂ ਦੇ ਕਰਪਟ ਹੋ ਗਏ ਨੇ। ਇਹ ਦਲਿਤ ਵਿਦਿਆਰਥੀਆਂ ਨੂੰ ਹੀ ਡਾਇਰੈਕਟਲੀ ਔਰ ਇਨਡਾਇਰੈਕਟਲੀ ਨੁਕਸਾਨ ਹੈ, ਕਿਉਂਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹੁਣ ਮੈਂ ਤੁਹਾਨੂੰ ਅਪੀਲ ਬਾਰੇ ਜ਼ਿਕਰ ਕਰੂੰਗਾ, ਉਹਦੇ ਵਿੱਚ ਅਸੀਂ ਸਪਸ਼ਟ ਕਰ ਦਿੱਤਾ ਫਿਰ ਇਹ ਸਕੀਮ ਕਿਵੇਂ ਚੱਲੂਗੀ। ਉਹ 309 ਕਰੋੜ ਰੁਪਇਆ ਵੀ ਲਗਭਗ 5 ਮਹੀਨਿਆਂ ਤੋਂ ਪੰਜਾਬ ਸਰਕਾਰ ਕੋਲ ਪਿਆ, ਜਿਹੜਾ ਕੇਂਦਰ ਤੋਂ ਜਾਰੀ ਹੋ ਚੁੱਕਿਆ। ਇਹ ਰੌਲਾ ਕਿਸ ਗੱਲ ਦਾ? ਕਿਉਂ ਨਹੀਂ ਦੇ ਰਹੀ? 300 ਚਲੋ 1850 ਛੱਡੋ, ਜੇ 1850 'ਚ ਆਪਾਂ 309 ਕਰੋੜ ਰੁਪਈਆ ਦੇ ਵੀ ਨਹੀਂ ਰਹੀ। ਉਹਦੇ ਨਾਲ ਥੋੜਾ ਜਿਹਾ ਸੰਸਥਾਵਾਂ ਨੂੰ ਸਾਹ ਆ ਜਾਊਗਾ ਜੀ। ਅਸੀਂ ਜਿੱਥੋਂ ਤੱਕ ਸਮਝਿਆ ਇਹ ਹੈ ਵੀ ਇਹਨਾਂ ਦੇ ਆਪਸ ਵਿੱਚ ਜਿਹੜਾ ਮੰਤਰੀ ਵਿਭਾਗ ਤੇ ਜਿਹੜੇ ਡਿਪਾਰਟਮੈਂਟਲ ਕੋਆਰਡੀਨੇਸ਼ਨ ਦੀ ਘਾਟ ਕਾਰਨ ਜਿਹੜੀ ਇਹੋ ਜੀ ਗੱਲਾਂ ਹੋ ਰਹੀਆਂ ਨੇ। ਕਿਤੇ ਨਹੀਂ ਜਿਹੜੇ ਲਗਾਤਾਰ ਰੌਲਾ ਚੱਲਦਾ ਰਿਹਾ, ਘਪਲਾ ਹੋ ਗਿਆ, ਉਹਦੇ ਕਰਕੇ ਪੈਸੇ ਰੋਕਤੇ ਹੈਗੇ ਜੀ। ਮੈਂ ਜਿਹੜੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਕੱਲ ਈਮੇਲ ਕੀਤੀ ਆ, ਇੱਕ ਪੱਤਰ ਈਮੇਲ ਕੀਤਾ, ਮੈਂ ਉਸ ਦਾ ਜ਼ਿਕਰ ਕਰੂੰਗਾ। ਉਸ ਦਾ ਇਹ ਪੁਆਇੰਟ ਨੰਬਰ 3 ਸੀ ਜਿਹੜਾ ਮੈਂ ਤੁਹਾਨੂੰ ਤੁਸੀਂ ਗੱਲ ਕੀਤੀ ਹੈ, ਪਹਿਲੇ ਨੰਬਰ ਤੇ ਗੱਲ ਕਰਦੇ ਹਾਂ ਜੀ ਜੀ। ਵੀ ਜਿਹੜੇ ਹੁਣ ਤੁਸੀਂ ਗੱਲ ਕੀਤੀ ਹੈ ਵੀ ਜਿਹੜਾ ਕੁਝ ਘਪਲੇ ਕਿਸਮ ਦੀ ਗੱਲ ਕੀਤੀ ਹੈ, ਤਾਂ ਮੈਂ ਗੱਲ ਕਹਿਣਾ ਚਾਹਣਾ ਵੀ ਇਹ ਘਪਲਾ ਕਈ ਵਾਰ ਕਾਲਜਾਂ ਦੇ ਪੱਖ ਤੋਂ ਕੋਈ ਘਪਲਾ ਨਹੀਂ ਹੈ। ਨੰਬਰ 1 ਕਿਉਂ ਨਹੀਂ ਹੈਗਾ? ਕਿਉਂਕਿ ਸ਼ੁਰੂ ਦੇ ਵਿੱਚ ਇਹ ਅੰਦਾਜ਼ੇ ਲਾਏ ਜਾਂਦੇ ਸੀਗੇ ਵੀ ਸ਼ਾਇਦ ਕਾਲਜਾਂ ਦੇ ਪੱਖ ਤੋਂ ਕੋਈ ਕਮੀ ਆ। ਕਾਲਜਾਂ ਦਾ ਹੁਣ ਤੱਕ 5 ਵਾਰ ਸਰਕਾਰ ਦੁਆਰਾ ਆਡਿਟ ਹੋ ਚੁੱਕਿਆ, ਜਿਹਦੇ ਵਿੱਚ 2 ਆਡਿਟ ਨੇ ਜਿਹੜੇ ਫਿਜ਼ੀਕਲ ਵੈਰੀਫਿਕੇਸ਼ਨ ਹੋ ਚੁੱਕੇ ਨੇ। ਕੱਲੇ ਜਿਹੜੇ ਦਲਿਤ ਵਿਦਿਆਰਥੀ ਨੂੰ ਘਰਾਂ 'ਚ ਫੋਨ ਕਰਕੇ ਪੁੱਛਿਆ ਗਿਆ ਵੀ ਤੁਹਾਡੇ ਤੋਂ ਫੀਸ ਲਈ ਜਾਂ ਨਹੀਂ ਲਈ, ਕਿਵੇਂ ਹੈਗਾ। ਇਹ ਸਾਰਾ ਕੁਝ ਅਪਰੂਵ ਹੋਣ ਤੋਂ ਬਾਅਦ ਹੀ 1850 ਕਰੋੜ ਰੁਪਏ ਬਕਾਇਆ ਨਿਕਲਿਆ। ਜਿਹੜੀ ਗੱਲ ਤੁਸੀਂ ਗੱਲ ਕਰੀ ਹੈ ਵੀ ਜੇਕਰ ਕੋਈ ਇਹਦੇ ਵਿੱਚ ਘਪਲਾ, ਤਾਂ ਮੈਂ ਇੱਕ ਜ਼ਿੰਮੇਵਾਰੀ ਦੇ ਤੌਰ ਦੇ ਉੱਤੇ ਇਹ ਜੁਆਇੰਟ ਐਸੋਸੀਏਸ਼ਨ ਆਫ ਕਾਲਜ ਦੇ ਪ੍ਰਧਾਨ ਹੋਣ ਦੇ ਨਾਤੇ ਬੇਨਤੀ ਕੀਤੀ ਅਸੀਂ ਮੁੱਖ ਮੰਤਰੀ ਤੱਕ ਇਸ ਦੀ ਇਨਕੁਆਇਰੀ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਦੋਸ਼ੀ ਚਾਹੇ ਕੋਈ ਵੀ ਹੋਵੇ, ਚਾਹੇ ਕਾਲਜ, ਚਾਹੇ ਯੂਨੀਵਰਸਿਟੀ ਚਲੇ ਜਾਏ। ਲੇਕਿਨ ਇਸ ਗੱਲ ਨੂੰ ਰੌਲੇ ਵਿੱਚ ਪਾ ਕੇ 1850 ਕਰੋੜ ਰੁਪਏ ਨੂੰ ਹੋਰ ਨਾ ਰੋਲਿਆ ਜਾਵੇ। ਚਾਹੇ ਕੋਈ ਕਾਲਜ ਦੋਸ਼ੀ ਆ, ਚਾਹੇ ਕੋਈ ਇਹਦੇ ਅਧਿਕਾਰੀ ਦੋਸ਼ੀ ਆ, ਉਸ ਨੂੰ ਬਣਦੀ ਉਸ ਤੇ ਕਾਰਵਾਈ ਕੀਤੀ ਜਾਵੇ, ਉਸ ਨੂੰ ਜੋ ਵੀ ਕੀਤਾ ਜਾਵੇ ਸਾਡੇ ਵੱਲੋਂ। ਇਹ ਜਿਹੜਾ ਆਡਿਟ ਕਰਵਾਇਆ ਇਹ ਉਹਨੂੰ ਵੈਲਫੇਅਰ ਡਿਪਾਰਟਮੈਂਟ ਨੇ ਕਰਵਾਇਆ? 5 ਹੋਈਆਂ ਨੇ ਜੀ, ਵੱਖ-ਵੱਖ ਡਿਪਾਰਟਮੈਂਟ ਵੱਲੋਂ ਹੋਈਆਂ ਨੇ ਜੀ, ਤੇ ਇਹਨਾਂ ਲਾਈਨ ਡਿਪਾਰਟਮੈਂਟ ਵੱਲੋਂ ਵੀ ਹੋਈ ਹੈ। ਉਹ 'ਚ ਫਾਈਨੈਂਸ਼ੀਅਲ ਆਡਿਟ ਵੀ ਹੋਏ ਨੇ, 5 ਆਡਿਟ ਹੋ ਚੁੱਕੇ ਨੇ ਜੀ। ਉਸ ਦਾ ਪੂਰਾ ਨਿਰੀਖਣ ਹੋ ਚੁੱਕਿਆ, ਕੱਲੇ ਬੱਚੇ ਦੇ ਡਾਕੂਮੈਂਟ ਵੈਰੀਫਾਈ ਹੋ ਚੁੱਕੇ ਨੇ। ਉਸ ਤੋਂ ਬਾਅਦ ਇਹ ਬਕਾਇਆ 1850 ਕਰੋੜ ਰੁਪਏ ਨਿਕਲੇ। ਪਰ ਜਿਹੜੇ ਡਿਪਾਰਟਮੈਂਟ ਦੇ ਜਿਹੜੇ ਵੱਡੇ ਅਧਿਕਾਰੀ ਉਹ ਤੇ ਕਹਿ ਰਹੇ ਨੇ ਕਿ ਇਦਾਂ ਦੀਆਂ ਜਿਹੜੀਆਂ ਹੈਗੀਆਂ ਨੇ ਸੰਸਥਾਵਾਂ ਜਿਨ੍ਹਾਂ ਦਾ ਕੋਈ ਸੁਰਥੋ ਪਤਾ ਨਹੀਂ ਹੈਗਾ, ਉਹਨਾਂ ਨੂੰ ਵੀ ਪੈਸੇ ਦਿੱਤੇ ਗਏ ਨੇ। ਦੇਖੋ ਕਾਲੀਆਂ ਭੇਡਾਂ ਦੇ ਹਰ ਸਮਾਜ ਦੇ ਹਿੱਸੇ 'ਚ ਹੋਣਗੀਆਂ, ਤੁਹਾਡੇ ਵੀ ਹੋਣਗੇ ਜਿੰਨੀਆਂ ਤੁਸੀਂ ਸੰਸਥਾ ਬਣਾਈਆਂ ਹੈਗੀਆਂ। ਮੈਂ ਕਹਿ ਰਿਹਾ ਅਗਰ 1650 ਕਾਲਜਾਂ ਦੇ ਵਿੱਚੋਂ ਕੋਈ 5 ਕੋਈ 10 ਇਹੋ ਜਿਹੇ ਹੈਗੇ ਨੇ, ਉਹਨਾਂ ਦੀ ਸਜ਼ਾ 1600 ਹੋਰ ਕਾਲਜਾਂ ਨੂੰ ਕਿਉਂ ਦਿੱਤੀ ਜਾ ਰਹੀ ਆ? ਇਨਡਾਇਰੈਕਟਲੀ ਦਲਿਤ ਵਿਦਿਆਰਥੀਆਂ ਨੂੰ ਕਿਉਂ ਦਿੱਤੀ ਜਾ ਰਹੀ ਆ? ਕਿਉਂਕਿ ਉਹ 1650 ਕਾਲਜ ਕੀ ਕਰਨ ਜਾ ਰਹੇ ਨੇ ਉਹ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ। ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਲਿਖਿਆ ਵੀ ਜੇਕਰ 309 ਕਰੋੜ ਰੁਪਈਆ ਤੁਰੰਤ ਜਾਰੀ ਨਾ ਕੀਤਾ ਗਿਆ ਤਾਂ ਇਸ ਸਮੇਂ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਸਾਡੇ ਕੋਲ ਦਲਿਤ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਪੜ੍ਹ ਰਹੇ ਨੇ, ਤਾਂ ਇਹ ਸੰਸਥਾਵਾਂ, ਕਿਉਂਕਿ ਇੱਕ ਤਾਂ ਕਰੋਨਾ ਦੀ ਮਾਰ ਪੈ ਗਈ, ਇੱਕ ਪਹਿਲਾਂ ਹੀ ਇਹ ਬੈਂਕਾਂ ਤੋਂ ਕਰਪਟ ਹੋ ਗਈਆਂ, ਤਾਂ ਅਸੀਂ ਮਜਬੂਰ ਹੋ ਗਏ ਹਾਂ ਵੀ ਸਾਨੂੰ ਉਹਨਾਂ ਵਿਦਿਆਰਥੀਆਂ ਅੱਗੇ ਝੋਲੀ ਅੱਡਣੀ ਪਊਗੀ ਵੀ ਸਾਨੂੰ ਸਰਕਾਰ ਤੋਂ ਤੁਹਾਡਾ ਵਜ਼ੀਫਾ ਨਹੀਂ ਮਿਲਿਆ, ਇਸ ਲਈ ਤੁਸੀਂ ਹੁਣ ਫੀਸਾਂ ਭਰੋ।
ਤੇ ਜੇ ਨਹੀਂ ਦਿੰਦੇ ਹੈਗੇ ਤੁਸੀਂ ਐਡਮਿਸ਼ਨ ਹੀ ਦਿਓਗੇ? ਨਹੀਂ, ਅਸੀਂ ਐਡਮਿਸ਼ਨ ਤਾਂ ਬਾਅਦ ਦੀ ਗੱਲ ਕਰਦੇ ਹਾਂ ਜੀ। ਅਸੀਂ ਜਿਹੜੇ ਮੌਜੂਦਾ ਪੜ੍ਹ ਰਹੇ ਨੇ, ਅਸੀਂ ਸਭ ਤੋਂ ਪਹਿਲਾਂ ਤਾਂ 30 ਤਰੀਕ ਤੋਂ ਬਾਅਦ ਸਾਰੇ ਪੰਜਾਬ ਦੀਆਂ ਸੰਸਥਾਵਾਂ ਉਹਨਾਂ ਕੋਲੋਂ ਫੀਸਾਂ ਮੰਗਣ ਲਈ ਮਜਬੂਰ ਹੋਵਾਂਗੇ ਜੇਕਰ 309 ਕਰੋੜ ਰੁਪਇਆ ਜਿਹੜਾ ਆਇਆ ਹੋਇਆ ਹੈ ਤੁਰੰਤ ਜਾਰੀ ਨਹੀਂ ਕੀਤਾ ਜਾਂਦਾ। ਔਰ ਇਸ ਦੇ ਨਾਲ ਹੀ ਜਿਹੜਾ ਬਾਕੀ ਜੇ ਨਹੀਂ ਉਹ ਦਿੰਦੇ ਬੱਚੇ, ਕਿਉਂਕਿ ਬੱਚੇ ਤੋਂ ਹੈ ਨਹੀਂ, ਜੇ ਹੁੰਦੇ ਤਾਂ ਪਹਿਲਾਂ ਹੀ ਦੇ ਦਿੰਦੇ ਨਾ ਜੀ, ਫਿਰ ਹੁਣ ਕੀ ਤੁਸੀਂ ਉਹਨਾਂ ਡਿਗਰੀਆਂ ਰੋਕੋਗੇ, ਉਹਨਾਂ ਦੇ ਰੋਲ ਨੰਬਰ ਰੋਕੋਗੇ? ਨਹੀਂ, ਦੇਖੋ ਸੁਣੋ, ਜਿਹੜੀ ਇਹ ਸੰਘਰਸ਼ ਹੈ, ਪਹਿਲਾਂ ਇਹਨੂੰ ਦੂਜੇ ਪੱਖ ਤੋਂ ਦੇਖਿਆ ਜਾਵੇ ਵੀ ਅਸੀਂ ਐ ਮੰਨੋ ਵੀ ਦਲਿਤ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਪੜਾਉਣ ਲਈ ਅਸੀਂ 1850 ਕਰੋੜ ਰੁਪਏ ਦਾ ਉਧਾਰ ਸਰਕਾਰ ਨਾਲ ਕੀਤਾ। ਇਸ ਲਈ ਸਾਡੀ ਇਸ ਲੜਾਈ ਵਿੱਚ ਸਾਨੂੰ ਪੂਰਨ ਉਮੀਦ ਹੈ ਵੀ ਦਲਿਤ ਵਿਦਿਆਰਥੀ ਵੀ ਯੈਸ, ਦਲਿਤ ਵਿਦਿਆਰਥੀ ਵੀ ਆਉਣਗੇ, ਉਹਨਾਂ ਦੇ ਜਥੇਬੰਦੀਆਂ ਵੀ ਆਉਣਗੇ, ਉਹਨਾਂ ਦੇ ਪੇਰੈਂਟਸ ਵੀ ਆਉਣਗੇ। ਅਸੀਂ ਤਾਂ ਝੋਲੀ ਅੱਡਣੀ ਆ ਉਹਨਾਂ ਅੱਗੇ। 34 ਐਮਐਲਏ ਵੀ ਆਉਣਗੇ ਜਿਹੜੇ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ। ਬਿਲਕੁਲ ਆਉਣਾ ਪਊਗਾ ਜੀ। ਅਸੀਂ ਕਹਿ ਰਹੇ ਹਾਂ ਵੀ ਸਾਡਾ ਕਸੂਰ ਦੱਸੋ, ਸਾਡੀ ਗਲਤੀ ਕੀ ਆ? ਅਸੀਂ ਇਹ ਵਿਦਿਆਰਥੀਆਂ ਦੀਆਂ ਪ੍ਰੀਖਿਆ ਫੀਸਾਂ ਵੀ ਆਪਦੇ ਕੋਲ ਭਰ ਚੁੱਕੇ ਹਾਂ। ਅਗਰ ਅਸੀਂ ਝੋਲੀ ਅੱਡਾਂਗੇ ਉਹਨਾਂ ਅੱਗੇ ਵੀ ਦੇਖੋ ਇਹ ਸਕੀਮ ਨੂੰ ਅਗਰ ਜਾਰੀ ਰੱਖਣਾ, ਅਗਰ ਸੰਸਥਾਵਾਂ ਨਹੀਂ ਬਚਣਗੀਆਂ ਤਾਂ ਜਾਰੀ ਕਿਵੇਂ ਰਹੂਗੀ? ਸੋ ਇਸ ਲਈ ਦੂਜੀ ਮੰਗ ਅਸੀਂ ਇਹ ਕੀਤੀ ਹੈ ਮੁੱਖ ਮੰਤਰੀ ਸਾਹਿਬ ਤੋਂ ਵੀ 309 ਕਰੋੜ ਤੁਰੰਤ ਤੇ ਜਿਹੜਾ ਬਾਕੀ ਬਕਾਇਆ ਰਾਸ਼ੀ ਆ ਉਸ ਨੂੰ ਤੁਰੰਤ ਜਾਰੀ ਕੀਤਾ ਜਾਵੇ। ਸ਼ਰਤ ਨਾਲ ਇਹ ਹੈ ਵੀ ਜੇ ਕੋਈ ਦੋਸ਼ੀ ਤੇ ਕਾਰਵਾਈ ਕੀਤੀ ਜਾਵੇ, ਅਸੀਂ ਉਹਦੇ ਹੱਕ 'ਚ ਨਹੀਂ ਹੈਗੇ। ਇਸ ਦੇ ਨਾਲ ਤੀਜੀ ਗੱਲ ਅਸੀਂ ਲਿਖੀ ਹੈ ਮੁੱਖ ਮੰਤਰੀ ਸਾਹਿਬ ਨੂੰ ਜੀ, ਇਹ ਸੈਸ਼ਨ ਨਵਾਂ ਸ਼ੁਰੂ ਹੋ ਚੁੱਕਿਆ ਜੀ। ਬਿਲਕੁਲ ਜੀ। ਅਸੀਂ ਇਹ 'ਚ ਅਨਾਉਂਸ ਕਰ ਦਿੱਤਾ ਵੀ ਸਾਨੂੰ ਇਹ ਨਹੀਂ ਪਤਾ ਹਜੇ ਤੱਕ ਵੀ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੀ ਹੈਗੀ ਆ ਉਹ ਇਸ ਵਰੇ ਤੋਂ ਪਹਿਲਾਂ ਦੀ ਤਰ੍ਹਾਂ ਲਾਗੂ ਰਹੂਗੀ। ਜੇ ਲਾਗੂ ਰਹੂਗੀ ਤਾਂ ਉਸ ਦੀ ਅਦਾਇਗੀ ਕੇਂਦਰ ਸਰਕਾਰ ਕਰੂਗੀ ਜਾਂ ਪੰਜਾਬ ਸਰਕਾਰ ਕਰੂਗੀ? ਇੱਥੇ ਵੀ ਕੋਈ ਭਰਮ ਭੁਲੇਖਾ ਹੈ ਜੀ? ਸਾਨੂੰ ਕਲੀਅਰਿਟੀ ਨਹੀਂ ਹੈਗੀ, ਕਿਉਂਕਿ ਹੁਣ ਤੱਕ ਜੇ 1850 ਕਰੋੜ ਰੁਪਏ ਸਾਡੇ ਕੋਲ ਨਹੀਂ ਆਇਆ ਤਾਂ ਅਸੀਂ ਨਵਾਂ ਉਧਾਰ ਕਰਨ ਦੀ ਸਮਰੱਥਾ 'ਚ ਹੀ ਨਹੀਂ ਹੈਗੀ। ਅੱਧੇ ਕਾਲਜ ਬੰਦ ਹੋ ਚੁੱਕੇ ਨੇ, 35-40 ਪੋਲੀਟੈਕਨਿਕ ਬੰਦ ਹੋ ਚੁੱਕੇ ਨੇ, ਇੰਜੀਨੀਅਰਿੰਗ ਕਾਲਜ ਬੰਦ ਹੋ ਚੁੱਕੇ ਨੇ, ਹੋਰ ਅਨੇਕਾਂ ਸੰਸਥਾਵਾਂ ਬੰਦ ਹੋ ਚੁੱਕੀਆਂ, ਡਿਗਰੀ ਕਾਲਜ ਬੰਦ ਹੋ ਚੁੱਕੇ ਨੇ। ਤਾਂ ਅਜਿਹੀ ਸਥਿਤੀ ਵਿੱਚ ਜਿਹੜੇ ਕਾਲਜ ਨੇ ਉਹ ਇਸ ਸਮਰੱਥ ਨਹੀਂ ਹੈਗੇ ਵੀ ਉਹ ਬਿਨਾਂ ਇਹ ਜਾਣੇ ਨਵੇਂ ਦਾਖਲੇ ਦੇ ਦੇਣ ਵੀ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਾਰੀ ਹੈ ਵੀ ਜਾਂ ਨਹੀਂ ਹੈ। ਜੇ ਹੈ ਤਾਂ ਇਹਦਾ ਭਾਈਵਾਲ ਕੌਣ ਹੋਊਗਾ ਤੇ ਉਸ ਦੀ ਅਦਾਇਗੀ ਆ ਜਿਹੜੀ ਉਹ ਕੀ ਨਿਸ਼ਚਿਤ ਸਮੇਂ ਦੌਰਾਨ ਹੋਊਗੀ? ਅਗਰ ਨਹੀਂ ਹੁੰਦਾ ਤਾਂ ਅਸੀਂ ਇਹੀ ਬੇਨਤੀ ਕਰਾਂਗੇ ਫਿਰ ਜਿਹੜੇ ਸਾਡੇ ਕੋਲ ਬੱਚੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਉਮੀਦ ਰੱਖਣਗੇ, ਅਸੀਂ ਕਹਾਂਗੇ ਵੀ ਤੁਸੀਂ ਸਾਡੇ ਕੋਲ ਫੀਸ ਭਰ ਦਿਓ ਤੇ ਬਾਕੀ ਗੱਲ ਤੁਸੀਂ ਸਰਕਾਰ ਤੋਂ ਪੁੱਛੋ ਵੀ ਇਹ ਤੁਹਾਨੂੰ ਅਦਾਇਗੀ ਕਰਨਗੇ ਜਾਂ ਨਹੀਂ ਕਰਨਗੇ। ਪਰ ਬਹੁਤ ਸਾਰੇ ਬੱਚੇ ਜਿਹੜੇ ਨਹੀਂ ਫੀਸ ਭਰ ਸਕਦੇ ਜੀ। 3 ਲੱਖ ਵਿਦਿਆਰਥੀ, ਜੇ ਇੱਕ ਸਰਕਾਰੀ ਕਾਲਜ ਦੀ 16000 ਹੋਊਗੀ, ਤੁਹਾਡੇ 70000 ਹੋਊਗੀ ਤਾਂ ਬੱਚਾ ਕਿੱਥੇ ਭਰੂਗਾ ਜੀ? ਬਿਲਕੁਲ। ਅਸੀਂ ਤਾਂ ਇਹ ਕਹਿੰਦੇ ਆ ਜੀ ਅਸੀਂ 5 ਸਾਲ ਦਲਿਤ ਵਿਦਿਆਰਥੀਆਂ ਦੀ ਲੜਾਈ ਅਸੀਂ ਲੜੀ ਹੈ ਜੀ। ਅੱਜ ਤੱਕ 5 ਸਾਲਾਂ ਦੇ ਹੁਣ ਤੱਕ ਕਿਸੇ ਵੀ ਕਾਲਜ ਨੇ ਕਿਸੇ ਵਿਦਿਆਰਥੀ ਨੂੰ ਇਸ ਵਜ੍ਹਾ ਕਰਕੇ ਪੇਪਰਾਂ ਤੋਂ ਵਾਂਝੇ ਨਹੀਂ ਰੱਖਿਆ। ਅਸੀਂ ਕਿਸੇ ਵਿਦਿਆਰਥੀ ਦੀ ਪੜ੍ਹਾਈ ਰਾਸਤੇ 'ਚ ਨਹੀਂ ਰੋਕੀ। ਲੇਕਿਨ ਹੁਣ ਅਸੀਂ ਦਲਿਤ ਭਾਈਚਾਰੇ ਨੂੰ ਜਾਂ ਉਹਨਾਂ ਦੇ ਹਿਤੈਸ਼ੀਆਂ ਨੂੰ ਜਾਂ ਵਿਦਿਆਰਥੀਆਂ ਜੋ ਇਸ ਦਾ ਲਾਭ ਉਠਾਉਣਾ ਚਾਹੁੰਦੇ ਨੇ ਉਹਨਾਂ ਦੇ ਮਾਤਾ ਪਿਤਾ ਨੂੰ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਇਹ ਸਰਕਾਰ ਨੂੰ ਪੁੱਛੋ, ਇਹਨੂੰ ਕਲੀਅਰ ਕਰੋ ਵੀ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਕੀ ਹੈ। ਇੱਕ ਹੋਰ ਤੁਹਾਨੂੰ ਬੜੀ ਕਮਾਲ ਦੀ ਗੱਲ ਦੱਸਦਾ ਜੀ। ਨਹੀਂ, ਜੇ ਤੇ ਹੋ ਗਈ ਕੋਰੀ ਨਾ ਹੋ ਗਈ, ਜੇ ਬੱਚਾ ਨਹੀਂ ਮੰਨਦਾ ਤਾਂ ਤੁਸੀਂ ਕਿਸੇ ਬੱਚੇ ਨੂੰ ਪੜ੍ਹਨ ਤੋਂ ਕਿਵੇਂ ਰੋਕਿਆ ਜਾ ਸਕਦਾ? ਬਿਲਕੁਲ ਨਹੀਂ ਰੋਕਣਾ ਚਾਹੀਦਾ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹ। ਅਸੀਂ ਆਪਦੀ ਜ਼ਿੰਮੇਵਾਰੀ ਹੁਣ ਫੇਰ ਨਿਭਾਉਣ ਨੂੰ ਤਿਆਰ ਹਾਂ। ਸਾਡੀ ਪੁਰਾਣੀ ਅਦਾਇਗੀ ਹੋ ਜੇ, ਨਵਾਂ ਸਾਨੂੰ ਚਾਨਣ ਕਰ ਦਿੱਤਾ ਜਾਵੇ, ਇੰਨਾ ਹੀ ਕਹਿ ਦਿੱਤਾ ਜਾਵੇ ਲਿਖਤੀ ਤੌਰ ਤੇ ਵੀ ਇਹ ਤੁਹਾਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਾਸ਼ੀ ਮਿਲੂਗੀ, ਕਿੰਨੇ ਸਮੇਂ 'ਚ ਮਿਲੂ, ਅਸੀਂ ਫੇਰ ਤੋਂ ਪੜਾਉਣ ਨੂੰ ਤਿਆਰ ਹਾਂ। ਦਲਿਤਾਂ ਵਾਸਤੇ ਇੰਨਾ ਲੜ ਰਹੇ, ਜੇ ਪੈਸੇ ਖਾਤਰ ਸਰਕਾਰ ਨਾਲ ਲੜ ਰਹੇ, ਉਹਨਾਂ ਦੇ ਖਿਲਾਫ ਵੀ ਲੜਾਈ ਲੜੋ ਨਾ, ਜਿਨ੍ਹਾਂ ਦੇ ਕਰਕੇ ਤੁਹਾਡੇ ਸਾਰੇ ਤੁਸੀਂ ਬਿਲਕੁਲ ਅਸੀਂ ਅੰਡਰ ਕਲਾਊਡ ਆ ਗਏ ਜੇ ਸਾਰੇ। ਦੇਖੋ ਮੈਂ ਬੇਨਤੀ ਕੀਤੀ ਹੈ ਜੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਜਾਂ ਅਸੀਂ ਜਿਨ੍ਹਾਂ ਨੂੰ ਵੀ ਪੱਤਰ ਲਿਖਿਆ ਉਹਨਾਂ ਨੂੰ ਇਹ ਗੱਲ ਸਭ ਤੋਂ ਪਹਿਲੀ ਮੰਗ ਹੀ ਸਾਡੀ ਇਹ ਹੈ ਵੀ 10 ਦਿਨਾਂ ਦੇ ਅੰਦਰ ਇਨਕੁਆਇਰੀ ਕਰਕੇ ਜਿਹੜਾ ਕੋਈ ਬੰਦਾ ਦੋਸ਼ੀ ਉਹਨੂੰ ਟੰਗ ਦਿਓ, ਚਾਹੇ ਉਸ ਕਾਲਜ ਦੋਸ਼ੀ ਹੈ। ਪਰ ਇਹਨਾਂ 'ਚ ਕਾਲਜਾਂ ਦਾ ਦੋਸ਼ ਕਿਉਂ ਮੈਂ ਜ਼ਿਆਦਾ ਨਹੀਂ ਮੰਨਦਾ, ਕਿਉਂਕਿ ਦੇਖੋ ਜਦੋਂ ਕਿਸੇ ਕਾਲਜ ਦਾ ਬਕਾਇਆ ਹੀ ਕਰੋੜਾਂ 'ਚ ਖੜਾ, ਜੇ ਉਹਦੇ ਕੋਲ ਕੋਈ ਗਲਤ ਐਂਟਰੀ ਚਲੀ ਗਈ ਕਿਸੇ ਕੋਲ, ਉਹ ਤਾਂ ਵਿਭਾਗ ਨੂੰ ਪੁੱਛੋ ਨਾ ਵੀ ਕਿਉਂ ਚਲੀ ਗਈ। ਤੇ ਇੱਕ ਮੈਂ ਤੁਹਾਨੂੰ ਭੁੱਲਰ ਸਾਹਿਬ ਵਿੱਚ ਬੜੀ ਇੱਕ ਨਵੇਕਲੀ ਗੱਲ ਦੱਸਣ ਲੱਗਿਆ ਜੀ। ਜੇ ਕਿਸੇ ਕੋਰਸ ਦੇ ਵਿੱਚ ਮੰਨ ਲਓ ਬੀਐਡ ਦਾ ਕੋਰਸ ਆ, ਸਾਡੇ ਇਸ ਬੀਐਡ ਕੋਰਸ ਦੇ ਵਿੱਚ ਕੋਈ ਵਿਦਿਆਰਥੀ ਹਰਿਆਣੇ ਤੋਂ ਜਾਂ ਵੈਸਟ ਬੰਗਾਲ ਤੋਂ ਕਿਤੋਂ ਹੋਰ ਦਾਖਲ ਹੋ ਗਿਆ ਤੇ ਉੱਥੋਂ ਦੀ ਸਰਕਾਰ ਨੇ ਉਸ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਪੂਰਾ ਦੇਤਾ, ਉਹਦਾ ਹੋਸਟਲ ਦਾ ਵੀ ਦੇਤਾ, ਉਹਦਾ ਸਾਰਾ ਪੜ੍ਹਾਈ ਦਾ ਸਟੇਸ਼ਨਰੀ ਤੱਕ ਦਾ ਖਰਚਾ ਦੇ ਦਿੱਤਾ। ਇੱਕ ਕੋਰਸ ਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਪੰਜਾਬ ਦੇ ਵਿੱਚ ਪੜ੍ਹ ਰਹੇ ਵਿਦਿਆਰਥੀ ਨੂੰ ਕੁਝ ਨਹੀਂ ਮਿਲਿਆ ਜਾਂ ਉਹਦੀ ਮਾਰਫਤ ਸਾਨੂੰ ਨਹੀਂ ਮਿਲਿਆ। ਲੇਕਿਨ ਜੇ ਉਹੀ ਕੋਰਸ ਦੇ ਵਿੱਚ ਕੋਈ ਜੰਮੂ ਕਸ਼ਮੀਰ ਦਾ ਬੱਚਾ ਪੰਜਾਬ 'ਚ ਪੜ੍ਹ ਰਿਹਾ, ਉਸ ਦੀ ਸਰਕਾਰ ਨੇ ਉਹਨੂੰ ਸਾਰਾ ਕੁਝ ਦੇ ਦਿੱਤਾ। ਸੋ ਇਹ ਕਿਹੋ ਜਿਹੀ ਪਾਲਿਸੀ ਹੈ
ਤੁਸੀਂ ਅਗਰ ਡਾਟਾ ਕਲੈਕਟ ਕਰੋਗੇ, ਇਹ ਸਕੀਮ ਕੋਈ ਇਹ ਤਾਂ ਹੈ ਨਹੀਂ ਇਕੱਲੇ ਪੰਜਾਬ ਵਾਸਤੇ ਸੀ, ਪੂਰੇ ਭਾਰਤ ਵਰਸ਼ ਵਾਲੇ ਸੀ। ਇਹ ਕੌਮੀ ਸਕੀਮ ਹੈ। ਕਾਮਨ ਸਭ ਤੋਂ ਡਿਫਾਲਟਰ ਕੌਣ ਹੈ? ਪੰਜਾਬ, ਜਿਹਦਾ ਇੰਨਾ ਵੱਡਾ ਬਕਾਇਆ ਇਸ ਤਰੀਕੇ ਨਾਲ ਰਹਿੰਦਾ। 5 ਆਡਿਟ ਹੋਣ ਤੋਂ ਬਾਅਦ ਵੀ ਸਾਡਾ ਬਕਾਇਆ ਜਿਹੜਾ ਨਹੀਂ ਮਿਲਿਆ। ਸੋ ਇਸ ਆਡਿਟ ਵਾਲੇ ਵੀ ਕਿਹੜੇ ਦੁੱਧ ਧੋਤੇ ਹੋਣਗੇ, ਜਿਹੜੀ ਜਿਸ ਸੰਸਥਾ ਨੇ ਵਿੱਚ ਇੱਕ ਬੱਚੇ ਨੂੰ 3 ਕਾਲਜਾਂ ਦੇ ਵਿੱਚ ਸ਼ੋਅ ਕੀਤਾ ਹੈਗਾ। ਮੇਰੀ ਬੇਨਤੀ ਇਹ ਹੈ ਜੀ, ਅਗਰ ਕਿਸੇ ਬੱਚੇ ਦਾ ਆਧਾਰ ਕਾਰਡ ਦੇ ਬੇਸਿਸ ਤੇ ਦਾਖਲਾ ਹੋ ਰਿਹਾ, ਉਹ ਸੈਂਟਰਲਾਈਜ਼ਡ ਡਾਟਾ ਸਾਰਾ, ਤਾਂ ਇੱਕ ਵਿਦਿਆਰਥੀ ਇੱਕ ਤੋਂ ਵਧੇਰੇ ਥਾਵਾਂ ਦੇ ਉੱਤੇ ਕਿਵੇਂ ਦਾਖਲ ਹੋ ਸਕਦਾ ਜੀ? ਸੋ ਇਸ ਲਈ ਜੇ ਹੁਣ ਆਇਆ ਨਾ ਆਧਾਰ ਕਾਰਡ ਵਾਲਾ, ਤੇ ਸਿਰਫ 2 ਸਾਲ ਨਹੀਂ ਆਇਆ ਸੀ। ਫਗਵਾੜੇ ਦੇ ਉਦੋਂ ਪਏ ਹੈਗੇ ਨਾ ਜਦੋਂ ਆਧਾਰ ਕਾਰਡ ਨਹੀਂ ਸੀ, ਉਦੋਂ ਤਾਂ ਸਿੱਧਾ ਹੀ ਚੱਲਦਾ ਰਹਿਣਾ ਜੀ। ਉਦੋਂ ਤੋਂ ਲੈ ਅਕਾਲੀ ਗਵਰਨਮੈਂਟ ਵੇਲੇ ਦੀ ਗੱਲ ਕਰ ਰਹੇ ਹੋ ਤੁਸੀਂ, ਉਦੋਂ ਤੋਂ ਲੈ ਕੇ ਹੁਣ ਤੱਕ ਅਗਰ 1650 ਕਾਲਜਾਂ ਵਿੱਚੋਂ ਕੋਈ 2-5 ਦੋਸ਼ੀ ਨੇ, ਅਸੀਂ ਅੱਜ ਵੀ ਗੁਹਾਰ ਕਰ ਰਹੇ ਹਾਂ। ਤੁਸੀਂ ਕਹਿ ਰਹੇ ਹੋ ਵੀ ਕੋਈ ਕਾਲੀ ਭੇਡ ਹੁੰਦੀ ਆ, ਕਾਲੀਆਂ ਭੇਡਾਂ 1-2 ਹੋ ਸਕਦੀਆਂ ਨੇ, 5 ਹੋ ਸਕਦੀਆਂ ਨੇ, ਪਰ ਇੰਨੀਆਂ ਹੁੰਦੀਆਂ ਨੇ। ਸੋ ਉਹਨਾਂ ਦੇ ਕਾਰਨ ਜਦੋਂ ਤੁਸੀਂ ਬਾਕੀ ਕਾਲਜਾਂ ਨੂੰ ਤੁਸੀਂ ਸਜ਼ਾ ਦਿਓਗੇ, ਉਹਦੇ ਨਾਲ ਕਿਹਨੂੰ ਸਜ਼ਾ ਦਿੱਤੀ ਗਈ? ਦਲਿਤ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ ਗਈ। ਮੇਰੀ ਤਾਂ ਬੇਨਤੀ ਇੱਥੇ ਤੱਕ ਹੈ ਜੀ। ਅਸੀਂ ਹੁਣ ਮੰਨ ਲਓ ਵੀ ਅਗਰ ਬੱਚਾ, ਕਿਉਂਕਿ ਬਹੁਤ ਜਿਹੜੇ ਕਾਲਜ ਨੇ ਜਾਂ ਪੰਜਾਬ ਦੇ ਕਾਲਜਾਂ ਦੀ ਗੱਲ ਕੀਤੀ, ਜਿਹੜੇ 1650 ਕਾਲਜਾਂ ਦੀ ਗੱਲ ਕੀਤੀ, ਇਹਦੇ 'ਚ ਪੜ੍ਹਦੇ ਵੀ ਕੌਣ ਨੇ ਜੀ ਹੁਣ? ਜਾਂ ਦਲਿਤਾਂ ਦੇ ਬੱਚੇ ਜਿਹੜੇ ਇਕਨੋਮਿਕਲੀ ਬਹੁਤ ਵੀਕਰ, ਚਾਹੇ ਉਹ ਕਿਸੇ ਵੀ ਜਾਤ ਦੇ ਨਾਲ ਸੰਬੰਧ ਰੱਖਦੇ, ਜੇ ਆਪਾਂ ਇਹਨਾਂ ਵਾਸਤੇ ਦਰਵਾਜ਼ੇ ਬੰਦ ਕਰਤੇ ਹੈਗੇ, ਤੇ ਫਿਰ ਤੇ ਕਾਲਜਾਂ ਨੂੰ ਵੀ ਤੇ ਤਾਲੇ ਲੱਗਣਗੇ ਜੀ। ਬਿਲਕੁਲ। ਦੇਖੋ, ਤੁਸੀਂ ਪਹਿਲਾਂ ਹੀ ਗੱਲ ਕੀਤੀ ਆ ਵੀ ਜਿਹੜੇ ਆਰਥਿਕ ਤੌਰ ਤੇ ਅੱਛੇ ਨੇ ਉਹ ਤਾਂ ਪਹਿਲਾਂ ਹੀ ਨਹੀਂ ਇੱਥੇ ਰਹਿਣਾ ਚਾਹੁੰਦੇ ਜੀ ਜੀ। ਉਹ +2 ਤੋਂ ਬਾਅਦ ਹੀ ਸਾਡਾ ਰੇਟ ਦੇਖ ਲਓ ਅੱਜ ਕੀ ਹੈ, ਸਾਰੇ ਵਿਦਿਆਰਥੀ ਮਾਈਗ੍ਰੇਟ ਹੋ ਰਹੇ ਨੇ। ਬਿਲਕੁਲ। 1-2 ਕੋਰਸ ਇਹੋ ਜਿਹੇ ਸੀਗੇ ਜਿੱਥੇ ਪੰਜਾਬ ਦੇ ਵਿੱਚ ਸਕੋਪ ਸੀਗਾ ਵੀ +2 ਤੋਂ ਬਾਅਦ ਵਿਦਿਆਰਥੀ ਨੂੰ ਅਸੀਂ ਰੋਕ ਸਕਦੇ ਸੀ। ਇੱਕ ਕੋਰਸ ਆਪਣੇ ਹੁੰਦਾ ETT ਦਾ ਕੋਰਸ, ਬਿਲਕੁਲ ETT DLED, ਜਿਹਦੀ ਕੁਆਲੀਫਿਕੇਸ਼ਨ +2 ਹੈ। ਬਿਲਕੁਲ ਜੀ। NCTE ਨੈਸ਼ਨਲ ਬਾਡੀ ਆ ਜਿਹਨੇ ਕੁਆਲੀਫਿਕੇਸ਼ਨਾਂ ਨਿਰਧਾਰਿਤ ਕਰਨੀਆਂ ਹੁੰਦੀਆਂ ਨੇ, ਉਹਨਾਂ ਨੇ ਇਸ ਦੀ +2 ਕੁਆਲੀਫਿਕੇਸ਼ਨ ਨਿਰਧਾਰਿਤ ਕੀਤੀ ਹੋਈ ਹੈ। ਜੀ ਜੀ। ਸਾਰੇ ਇੰਡੀਆ 'ਚ +2 ਹੈ, ਲੇਕਿਨ ਪੰਜਾਬ ਦੇ ਵਿੱਚ ਕੀ ਕਰਤਾ, ਇਸ ਵਰੇ ਤੋਂ ਸਿੱਖਿਆ ਵਿਭਾਗ ਨੇ ਉਸ ਦੀ ਕੁਆਲੀਫਿਕੇਸ਼ਨ BA ਕਰਤੀ। ਜੇ ਕਿਸੇ ਨੇ ETT ਦਾ ਕੋਰਸ ਵੀ ਕਰਨਾ ਹੈਗਾ ਤਾਂ BA ਕਰਨੀ ਆ। BA ਕਰਦੇ। ਹਰਿਆਣੇ 'ਚ ਕੀ ਆ? +2। ਹਿਮਾਚਲ 'ਚ ਕੀ ਆ? +2। ਜੰਮੂ 'ਚ ਕੀ ਆ? +2। ਹੁਣ ਇਹ ਸਾਡੀ ਸਰਕਾਰ ਇਹੋ ਜਿਹੇ ਕੰਮ ਕਰਦੀ ਹੈ, ਇਹ ਹੁਣ ਸਾਡੇ ਬੱਚਿਆਂ ਨੂੰ ਮਜਬੂਰ ਕਰੂਗੀ ਵੀ ਤੁਸੀਂ ਗੈਰ ਮਿਆਰੀ ਸਿੱਖਿਆ ਜਾ ਕੇ ਲਓ ਜੰਮੂ ਤੋਂ, ਉੱਥੋਂ ਸਰਟੀਫਿਕੇਟ ਲੈ ਕੇ ਆਓ। ਉੱਥੇ ਪੜ੍ਹਦੇ ਜ਼ਿਆਦਾ। ਹਾਂ, ਪਹਿਲਾਂ ਵੀ ਉੱਥੇ ਪੜ੍ਹਦੇ ਸੀ ਵੀ ਉੱਥੋਂ ਸਰਟੀਫਿਕੇਟ ਲਿਆਓ, ਫਿਰ ਅਸੀਂ ਨੌਕਰੀ ਤੁਹਾਨੂੰ ਦੇ ਦਾਂਗੇ। ਪਰ ਪੰਜਾਬ 'ਚ ਸਾਡੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਆ ਉਹ BA ਆ। ਹੁਣ ਅਸੀਂ ਕੋਰਟ ਕੇਸ ਫਾਈਲ ਕੀਤਾ ਇਹਦੇ ਵਾਸਤੇ। ਇਹ ਕਦੋਂ ਦਾ ਚੰਦ ਚੜ੍ਹੇਗਾ ਪੰਜਾਬ? ਇਹ ਬਸ ਮਹੀਨਾ ਕੀ ਹੋਇਆ ਜੀ, ਤੇ ਅਸੀਂ ਫੈਡਰੇਸ਼ਨ ਨੇ ਸਾਡੀ ਨੇ ਇਸ ਜੁਆਇੰਟ ਐਸੋਸੀਏਸ਼ਨ ਆਫ ਕਾਲਜ ਨੇ, ਤੇ ਜਿਹੜੀ ਸਾਡੀ ETT ਫੈਡਰੇਸ਼ਨ ਆ, BEd ਫੈਡਰੇਸ਼ਨ ਆ, ਉਹਨੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ। ਸਾਨੂੰ ਆਪਦਾ ਹੱਕ ਲੈਣ ਵਾਸਤੇ ਵੀ ਹਰ ਗੱਲ ਜਿਹੜੀ ਹੈਗੀ ਹੈ ਉਹ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ, ਚਾਹੇ ਸਕੂਲਾਂ ਦੇ ਮੁੱਦੇ ਨੂੰ ਲੈ ਲਓ, ਚਾਹੇ ਕਾਲਜਾਂ ਦੇ ਮੁੱਦੇ ਨੂੰ ਲੈ ਲਓ, ਚਾਹੇ ਹੁਣ ਤੁਸੀਂ ਇਹਦੇ 'ਚ ਇੱਕ ਮੈਂ ਤਕਨੀਕੀ ਤੌਰ ਤੇ ਹੋਰ ਸਮਝਦਾ, ਨੈਸ਼ਨਲ ਜਿਹੜੀ ਕਾਉਂਸਲ ਆਫ ਟੀਚਰ ਜਿਹੜੀ ਐਜੂਕੇਸ਼ਨ ਰੂਲ ਤੇ ਸਾਰੇ ਇੰਡੀਆ ਵਾਸਤੇ ਹੀ ਹੈ ਨਾ ਜੀ ਸਰ। ਨੈਸ਼ਨਲ ਕਾਉਂਸਲ 27 ਸਟੇਟ ਛੱਡ ਕੇ, ਠੀਕ ਹੈ ਜੀ, ਉਹ ਤਾਂ ਚਲੋ ਜੰਮੂ ਵਾਲਾ ਵੀ ਵੀ ਨੈਸ਼ਨਲ ਕਾਉਂਸਲ ਦਾ ਕੰਮ ਕੀ ਹੁੰਦਾ ਵੀ ਪੂਰੇ ਦੇਸ਼ ਦੇ ਵਿੱਚ ਇੱਕੋ ਜਿਹੇ ਮਾਪਦੰਡ ਬਿਲਕੁਲ ਉਹ ਕਰਨੇ। ਇਹ ਇਕੱਲੀ ਸਾਡੀ ਸਟੇਟ ਹੈ। ਨਹੀਂ ਫਿਰ ਕਿਵੇਂ ਮਾਨਤਾ ਕਿਵੇਂ? ਤੇ ਹੁਣ ਇਹਦਾ ਨਾਮ ਹੈਗਾ ਜੀ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਜੀ। ਹੁਣ ਇਹ ਨਹੀਂ ਸਮਝ ਲੱਗਦੀ ਫਿਰ BEd ਤੇ ਕੋਰਸ 'ਚ ਫਰਕ ਕੀ ਰਹਿ ਜਾਊਗਾ ਜੀ ਜੀ। BA ਹੁੰਦੀ ਹੈ BA ਤੋਂ, BEd ਹੁੰਦੀ ਹੈ BA ਤੋਂ 2 ਸਾਲ ਦੀ ਬਾਅਦ, ਜਿਹੜੀ ਉਹਨੇ +2 ਤੋਂ ਬਾਅਦ 4 ਸਾਲ ਦੀ ਕਰਤੀ ਜੀ, ਉਹ ਅਲੱਗ ਮੈਟਰ ਆ ਜੀ, ਉਹ DLEd ਮੈਟਰ ਆ। ਹੁਣ ਮੈਂ ਕਹਿ ਰਿਹਾ ਵੀ ਇੱਕ ਬੰਦਾ ETT ਕਰੂਗਾ, ਉਹ BA ਕਰਨ ਤੋਂ ਬਾਅਦ 2 ਸਾਲ ਦੀ ETT ਕਿਉਂ ਕਰੂਗਾ, ਉਹ 2 ਸਾਲ ਦੀ BEd ਕਿਉਂ ਨਹੀਂ ਕਰੂਗਾ? BEd ਕਰੂਗਾ ਬਿਲਕੁਲ। ਸੋ ਇਸ ਲਈ ਐਲੀਮੈਂਟਰੀ ਸਕੇਲ ਹੈ ਨਾ, ਉਹ ਮਾਸਟਰ ਦਾ ਸਕੇਲ ਹੋਊਗਾ ਜੀ ਸਰ। ਜਿਹੜਾ ਤੁਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗੱਲ ਕਰ ਰਹੇ ਹੋ ਨਾ ਜੀ, ਇਹਦੇ ਵਿੱਚ ਸਭ ਤੋਂ ਵੱਧ ਮਾਰਕ ਇਹਨੂੰ ਪਈ ਆ ਛੋਟੇ ਕੋਰਸਾਂ ਨੂੰ। ITI ਦੀ ਫੀਸ 2500 ਰੁਪਏ ਕਹਿੰਦੇ ਲੈ ਲਓ, ਠੀਕ ਹੈ। ETT BEd ਛੋਟੇ ਕੋਰਸ ਨੇ। ਇਹ 2500 ਰੁਪਏ ਕੋਲ ਕਹਿੰਦੀ ਪੰਜਾਬ ਸਰਕਾਰ ਕਰੇ? ਇਹ ਇੱਕ ਨੋਟੀਫਿਕੇਸ਼ਨ ਹੋਈ ਸੀ 2016 ਦੇ ਵਿੱਚ। ਤੁਹਾਡੀ ਕਿੰਨੀ ਬਣਦੀ ਫੀਸ? ਜਿਵੇਂ ETT ਦਾ ਕੋਰਸ ਹੈਗਾ, ਇਸ ਦੀ ਸਾਡੀ ਜਿਹੜੀ ਫੀਸ ਬਣਦੀ ਹੈ ਉਹ ਸਰਕਾਰ ਨੇ ਖੁਦ ਸਾਡੀ ਨਿਰਧਾਰਿਤ ਕੀਤੀ ਹੋਈ ਹੈ 40,000 ਰੁਪਈਆ ਇੱਕ ਸਾਲ ਦੀ। ਓਕੇ। ਉਸ ਤੋਂ ਬਾਅਦ ਅਸੀਂ ਬੱਚੇ ਪੜ੍ਹਾਤੇ। ਪੜ੍ਹਾਉਣ ਉਪਰੰਤ ਜਦੋਂ ਬੱਚੇ ਪੜ੍ਹ ਕੇ ਚਲੇ ਗਏ, 2 ਸਾਲ ਗਿਆ ਨੂੰ ਵੀ ਹੋ ਗਏ, ਹੁਣ ਇੱਕ ਨੋਟੀਫਿਕੇਸ਼ਨ ਰਾਹੀਂ ਕਹਿੰਦੇ ਜੀ ਤੁਸੀਂ 8500 ਲੈ ਲਓ ਜਿੰਨਾ ਡਾਈਟਸ ਦਾ। ਕਿਉਂ? ਉਹ ਕਿਉਂ ਜੀ? ਜੇ ਕਿਉਂ ਦਾ ਜਵਾਬ ਹੁੰਦਾ ਤਾਂ ਅਸੀਂ ਮਤਲਬ ਅੱਜ ਇਹ ਦਸ਼ਾ ਨਾ ਬੰਦ ਹੁੰਦੀ ਸਾਡੀ। ਸੋ ਇਸ ਤਰ੍ਹਾਂ ਦੇ ਜਿਹੜੇ ਫੈਸਲੇ, ਮੰਨ ਲਓ ਇਦਾਂ ਹੀ ETT ਦਾ ਜਿਹੜਾ
ਤੁਸੀਂ 40,000 ਰੁਪਏ ਫੀਸ ਲਈ, ਸਰਕਾਰ ਕਹਿੰਦੀ 8500। ਇਸ ਤਰ੍ਹਾਂ ਹੀ ITI ਜੀ ਬੀਐਡ ਦਾ ਬੀਐਡ ਦਾ ਹੁਣ ਦਰੁਸਤ ਹੋ ਰਹੇ ਨੇ ਜੀ ਇਹ। ਹੁਣ ਅਸੀਂ ਉਹੀ ਗੱਲ ਕਰਦੇ ਹਾਂ ਵੀ ਇੱਕ ਕੀਤੇ ਹੋਏ ਗਲਤ ਫੈਸਲੇ ਨੂੰ ਠੀਕ ਕਰਵਾਉਣ ਲਈ ਸਾਨੂੰ 4-4 ਸਾਲ ਦਾ ਸਮਾਂ ਲੱਗ ਜਾਂਦਾ। ਜਿਹੜੇ ਬੱਚੇ ਡ੍ਰੌਪ ਆਊਟਿੰਗ, ਜਿਹਨੂੰ ਤੁਸੀਂ ਕਾਲਜਾਂ ਦੇ ਪੱਧਰ ਤੇ ਘਪਲਾ ਕਹਿੰਦੇ ਸੀਗੇ, ਹੁਣ ਇੱਕ 4 ਸਾਲ ਦਾ ਕੋਰਸ ਹੈ, ਉਸ ਦੇ ਵਿੱਚ ਇੱਕ ਵਿਦਿਆਰਥੀ 3 ਸਾਲ ਸਾਡੇ ਕੋਲ ਪੜ੍ਹ ਗਿਆ, ਉਹਨੇ 3 ਸਾਲ ਪੇਪਰ ਦੇ ਦਿੱਤੇ, ਉਹਦੀ ਪੇਪਰਾਂ ਦੀ ਫੀਸ ਵੀ ਅਸੀਂ ਭਰ ਦਿੱਤੀ। ਹੁਣ ਸਰਕਾਰ ਕਹਿੰਦੀ ਸੀਗੀ ਵੀ ਇਹਨਾਂ ਦੇ ਪੈਸੇ ਨਹੀਂ ਅਸੀਂ ਤੁਹਾਨੂੰ ਦੇਣੇ, ਇਹ ਤਾਂ ਡ੍ਰੌਪ ਆਊਟ ਕਰ ਗਿਆ। ਮਤਲਬ ਸਰਕਾਰ ਕਾਲਜਾਂ ਨੂੰ ਇਹ ਕਹਿ ਰਹੀ ਆ ਵੀ ਤੁਸੀਂ ਕਿਵੇਂ ਮਰਜ਼ੀ ਉਹਨਾਂ ਦੇ ਪੂਰੇ ਕਰਾਓ ਕੋਰਸ, ਘਰੇ ਬੈਠਿਆਂ ਦੇ ਕਰਾਓ, ਜਿਵੇਂ ਮਰਜ਼ੀ ਕਰਾਓ, ਫਿਰ ਅਸੀਂ ਪੈਸੇ ਦੇਵਾਂਗੇ। ਸੋ ਉਹ ਬੜਾ ਸੰਘਰਸ਼ ਲੜ ਕੇ ਸਾਡੀਆਂ ਐਸੋਸੀਏਸ਼ਨਾਂ ਨੇ ਉਹ ਡ੍ਰੌਪ ਆਊਟ ਦਾ ਮਸਲਾ ਸਹੀ ਕਰਾਇਆ, ਜਿਹਨੂੰ ਘਪਲੇ ਦਾ ਨਾਂ ਦਿੰਦੇ ਹੁੰਦੇ ਸੀਗੇ। ਤਾਂ ਹੀ ਅੱਜ ਅਸੀਂ ਕਹਿ ਰਹੇ ਹਾਂ ਵੀ ਜਿਹਦੇ ਤੇ ਘਪਲਾ ਹੈਗਾ, ਜਿਹਦਾ ਕੋਈ ਹੈਗਾ, ਠੀਕ ਹੈ ਜੀ ਗੱਲ, ਉਸ ਤੇ ਕਰੋ ਐਕਸ਼ਨ। ਸੋ ਇਹ ਸਾਰੀਆਂ ਉਲਝਣ ਤਾਣੀਆਂ ਨੇ, ਇਹ ਕੋਆਰਡੀਨੇਸ਼ਨ ਦੀ ਘਾਟ ਆ ਮਹਿਕਮਿਆਂ ਦੀ, ਜਿਹਦੀ ਸਜ਼ਾ ਦਲਿਤ ਵਿਦਿਆਰਥੀ ਭੁਗਤ ਰਹੇ ਨੇ ਤੇ ਕਾਲਜ ਭੁਗਤ ਰਹੇ ਨੇ। ਤੇ ਜਿਹੜੀ ਤੁਸੀਂ ਦੱਸਿਆ ਕਿ 3 ਲੱਖ ਇਸ ਸਕੀਮ ਦਾ ਲੈਂਦੇ ਹਰ ਸਾਲ, 2 ਲੱਖ ਰਹਿ ਗਿਆ ਜੀ ਹੁਣ, ਇਹ 2 ਲੱਖ ਰਹਿ ਗਿਆ ਵਿਦਿਆਰਥੀ, 1 ਲੱਖ ਸਿੱਧਾ ਘਟ ਗਿਆ। ਜਿਹੜਾ ਹੁਣ ਤੁਸੀਂ ਚੇਤਾਵਨੀ ਦੇ ਨਾਲ, ਚੇਤਾਵਨੀ ਜਾਂ ਬਨਾਮ ਅਪੀਲ ਕਹਿ ਲਓ ਜੀ, ਉਹ ਇਸ ਤੋਂ ਤਾਂ ਫਿਰ ਤੋਂ ਬੱਚਾ 50,000 ਵੀ ਨਹੀਂ ਰਹਿ ਜਾਣਾਗਾ ਜੀ। ਤੁਸੀਂ 50,000 ਦਾ ਮੈਨੂੰ ਲੱਗਦਾ 5,000 ਵੀ ਨਹੀਂ ਰਹਿਣਾ ਜੀ, ਕਿਉਂਕਿ ਜਿਹੜਾ ਵਿਦਿਆਰਥੀ ਸਮਰੱਥ ਆ ਜੀ ਫੀਸ ਭਰਨ ਦੇ, ਉਹਦੇ ਲਈ ਤਾਂ ਇਹ ਸਕੀਮ ਹੀ ਨਹੀਂ ਹੈਗੀ। ਇਹ ਤਾਂ ਉਹ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਦੇ ਮਾਪਿਆਂ ਦੀ ਆਮਦਨ 2.5 ਲੱਖ ਰੁਪਏ ਸਾਲਾਨਾ ਤੋਂ ਘੱਟ ਹੈ। ਜੀ ਜੀ। ਜੇ ਉਹਨਾਂ ਵਿਚਾਰਿਆਂ ਕੋਲ ਪੈਸੇ ਹੁੰਦੇ, ਠੀਕ ਹੈ ਜੀ, ਫਿਰ ਤਾਂ ਆਹ ਸਕੀਮਾਂ ਦੀ ਜ਼ਰੂਰਤ ਹੀ ਨਹੀਂ ਸੀ। ਮੈਂ ਗੱਲ ਕਰ ਰਿਹਾ, ਇਹ ਸਕੀਮ ਦਾ ਲਾਭ ਤਾਂ ਹੀ ਪ੍ਰਾਪਤ ਹੋਊਗਾ ਨਾ ਜੀ, ਅਗਰ ਬੱਚੇ ਨੂੰ ਪਹਿਲੇ ਦਿਨ ਤੋਂ ਫ੍ਰੀ ਐਜੂਕੇਸ਼ਨ ਹੋਵੇ, 1 ਸਮੈਸਟਰ ਕੀਤਾ, ਉਸ ਦੇ ਦੌਰਾਨ ਹੀ ਕਾਲਜਾਂ ਨੂੰ ਰੀਇੰਬਰਸਮੈਂਟ ਹੋ ਜੇ, ਦੂਜੇ ਸਮੈਸਟਰ 'ਚ ਦਾਖਲਾ ਲਿਆ, ਨਾਲ ਦੀ ਨਾਲ ਉਸ ਦੇ ਅਕਾਊਂਟ 'ਚ, ਅਸੀਂ ਕਹਿੰਦੇ ਬੱਚਿਆਂ ਦੇ ਖਾਤੇ 'ਚ ਪਾਓ ਪੈਸੇ। ਬਿਲਕੁਲ, ਅਸੀਂ ਕਾਲਜ ਦਾ ਅਸੀਂ ਇਸ ਝੰਜਟ ਤੋਂ ਬਾਹਰ ਨਿਕਲਣਾ ਚਾਹੁੰਦੇ ਹਾਂ। ਅਸੀਂ ਤਾਂ ਕਹਿਣਾ ਜਿਸ ਦਿਨ ਬੱਚੇ ਨੇ ਦਾਖਲਾ ਲਿਆ, ਉਸਨੇ ਤੁਹਾਨੂੰ ਡਾਕੂਮੈਂਟ ਸਬਮਿਟ ਕਰਾਤੇ, ਉਹਦੇ ਵੈਰੀਫਾਈ ਕਰੋ, ਉਹਦੇ ਅਕਾਊਂਟ 'ਚ ਪੈਸੇ ਪਾ ਦਿਓ, ਉਹ ਕਾਲਜ ਨੂੰ ਟ੍ਰਾਂਸਫਰ ਕਰ ਦੇਵੇ। ਬਿਲਕੁਲ। ਤਾਂ ਬੜਾ ਸਿੱਧੇ ਜਿਹੇ ਹੱਲ ਨੇ ਇਹ। ਕੋਈ ਜਿਹੜਾ 1850 ਪੈਂਡਿੰਗ ਰਹਿ ਗਿਆ ਤੁਹਾਡਾ, ਇਹ ਪੰਜਾਬ ਸਰਕਾਰ ਨੇ ਪੰਜਾਬ ਦੇ ਜਿਹੜੇ ਬੱਚੇ, ਦਲਿਤ ਬੱਚੇ ਪੜ੍ਹਦੇ ਗਏ, ਉਹਨਾਂ ਦੇ ਅਗੇਂਸਟ ਸੈਂਟਰ ਕੋਲ ਲੈ ਲਿਆ ਜੀ। ਇਹ ਸੈਂਟਰ ਵੱਲ ਨੇ ਵੀ, ਸੈਂਟਰ ਵੱਲ ਵੀ ਅਜੇ ਪੈਸੇ ਰਹਿੰਦੇ ਹੈਗੇ ਨੇ। ਦੇਖੋ, ਸੈਂਟਰ ਨੇ ਹੋਰ ਸਟੇਟਾਂ ਦਾ ਨਾਂ ਰੋਕ ਲਿਆ। ਮੈਂ ਇਹ ਨਹੀਂ ਕਹਿੰਦਾ ਵੀ ਇਹਦੇ ਵਿੱਚ ਪੰਜਾਬ ਸਰਕਾਰ ਦੀ ਕੋਈ ਮਾੜੀ ਨੀਅਤ ਆ, ਜਾਂ ਇਹਨਾਂ ਦੀ ਕੋਈ ਇਸ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਗਲਤ ਉਹ ਹੈਗੀ ਆ, ਨੀਅਤ ਹੈਗੀ ਆ, ਨਹੀਂ। ਗੱਲ ਇਹ ਆ ਵੀ ਸ਼ੁਰੂ ਤੋਂ ਇਸ ਨੂੰ ਠੀਕ ਢੰਗ ਨਾਲ ਪ੍ਰੋਜੈਕਟ ਹੀ ਨਹੀਂ ਕੀਤਾ ਗਿਆ। ਅਗਰ ਉਹਨਾਂ ਨੂੰ ਆਪਣਾ ਜੂਸ ਸਰਟੀਫਿਕੇਟ ਨਹੀਂ ਭੇਜਣਗੇ ਤਾਂ ਕੇਂਦਰ ਸਰਕਾਰ ਕਿਉਂ ਦੇਊਗੀ? ਕੇਂਦਰ ਸਰਕਾਰ ਕੋਲੇ ਬਜਟ ਫਿਕਸ ਪਿਆ ਹੁੰਦਾ ਹੈ, ਕਿਤੇ ਗਾਇਬ ਨਹੀਂ ਹੁੰਦਾ ਜੀ ਜੀ। ਤੋਂ ਇਸ ਲਈ ਇਹ ਤਾਂ ਬੜੇ ਆਸਾਨੀ ਨਾਲ ਨਿਪਟਾਇਆ ਜਾ ਸਕਦਾ। ਔਰ ਘੱਟੋ ਘੱਟ 309 ਕਰੋੜ ਰੁਪਈਆ 1800, ਜੇ ਆਪਣਾ ਕਿਸੇ ਦਾ ਕੋਈ ਝਗੜਾ ਵੀ ਹੋ ਜੇ, ਕੋਈ ਗਰੁੱਪ ਹੋਵੇ ਉਹਦੇ 'ਚ 2 4 5 ਬੰਦਿਆਂ ਦਾ ਝਗੜਾ ਮਹਿਸੂਸ ਹੁੰਦਾ, ਤਾਂ 309 ਕਰੋੜ ਰੁਪਏ ਨੂੰ ਤਾਂ ਅਦਾਇਗੀ ਕੀਤੀ ਜਾ ਸਕਦੀ ਹੈ। ਜੇ ਤੁਹਾਡੇ ਕੋਲ ਕੋਈ 10-12 ਕਾਲਜਾਂ ਦੀ ਕੋਈ ਲਿਸਟ ਹੈਗੀ ਹੈ ਜਿੱਥੇ ਤੁਹਾਨੂੰ ਲੱਗਦਾ ਵੀ ਉੱਥੇ ਦੁਬਾਰਾ ਕਿਸੇ ਇਨਕੁਆਇਰੀ ਜ਼ਰੂਰ, ਉਹਨਾਂ ਕੱਲਿਆਂ ਨੂੰ ਰੋਕ ਕੇ ਬਾਕੀਆਂ ਦੀ ਅਦਾਇਗੀ ਕਰ ਦਿਓ। ਹਾਂ, ਇਦਾਂ ਹੋ ਸਕਦਾ। ਸੋ ਮੇਰੇ ਕਹਿਣ ਦਾ ਮਤਲਬ ਹੈ ਵੀ ਸਿੱਧੇ ਦਾ ਸਿੱਧਾ ਇਹ ਇਫੈਕਟ ਜਿਹੜਾ ਹੈਗਾ ਉਹ ਦਲਿਤ ਵਿਦਿਆਰਥੀਆਂ ਉੱਪਰ ਜਾ ਰਿਹਾ। ਤੁਰੀ ਸਾਹਿਬ, ਲੱਗਦਾ ਨਹੀਂ ਸਰਕਾਰਾਂ ਨੇ, ਕੋਈ ਵੀ ਸਰਕਾਰ ਵੀ ਹੱਥ ਹੀ ਖੜੇ ਕਰਤੇ, ਲੱਗਦਾ ਇਸ ਸਕੀਮ ਤੋਂ ਹੱਥ ਹੀ ਖੜੇ ਕਰਨ ਜਾ ਰਹੀ ਹੈਗੀ। ਸਰ, ਜਿਹੜੀ ਦੇਖੋ ਮੈਨੂੰ ਜਿਹੜੀ ਸਮਝ ਆਈ ਆ ਵੀ ਇੱਕ ਦੂਜੇ ਤੇ ਦੋਸ਼ ਮੜਨ ਦੀ ਨੀਤੀ ਜ਼ਿਆਦਾ ਚੱਲ ਰਹੀ ਹੈ ਜੀ। ਠੀਕ ਹੈ ਜੀ। ਇਹ ਗੱਲ ਤਾਂ ਅਸਲ ਵਿੱਚ ਜ਼ਿਆਦਾ ਫੈਲੀ ਇਹ ਗੱਲ ਇਸ ਮੌਜੂਦਾ ਸਰਕਾਰ ਦੌਰਾਨ ਆ, ਲੇਕਿਨ ਇਹ ਨਹੀਂ ਆਪਾਂ ਅਕਾਲੀ ਗੌਰਮੈਂਟ ਨੂੰ ਸ਼ੁਰੂ ਵਾਲੀ ਨੂੰ ਇਸ ਤੋਂ ਵਾਂਝੇ ਨਹੀਂ ਰੱਖ ਸਕਦੇ। ਇਹ ਉਦੋਂ ਦੇ ਬਕਾਏ ਸੀਗੇ, ਉਦੋਂ ਵੀ ਅਸੀਂ ਪ੍ਰੋਟੈਸਟ ਕੀਤੇ ਸੀਗੇ, DC ਦਫ਼ਤਰਾਂ ਅੱਗੇ ਧਰਨੇ ਲਾਏ ਸੀਗੇ। ਅੱਜ ਉਸ ਗੱਲਾਂ ਨੂੰ ਵੀ ਕਿੰਨੇ ਸਾਲ ਹੋ ਗਏ, ਉਦੋਂ ਤੋਂ ਇਹ ਮਸਲਾ ਲਟਕਦਾ ਆ ਰਿਹਾ। ਇਹਦੇ 'ਚ ਤੇ ਮੈਨੂੰ ਪਤਾ ਲੱਗਾ ਕਿ ਬਹੁਤ ਸਾਰੇ ਪੋਲੀਟੀਸ਼ੀਅਨ ਹੈਗੇ, ਉਹਨਾਂ ਦੇ ਵੀ ਕਾਲਜ ਆ ਕੇ ਹਿੱਸੇਦਾਰੀ ਹੈਗੇ, ਉਹ ਵੀ ਨਹੀਂ ਬਾਂਹ ਫੜਦੇ ਹੈਗੇ ਜੀ। ਦੇਖੋ ਜੀ, ਕਾਲਜ ਚਾਹੇ ਉਸ ਦਾ ਚੇਅਰਮੈਨ ਕੋਈ ਪੋਲੀਟੀਸ਼ੀਅਨ ਆ, ਚਾਹੇ ਕੋਈ ਆਮ ਵਿਅਕਤੀ ਹੈ, ਪਰੰਤੂ ਇਸ ਨੀਤੀ ਜਿਹੜੀ ਇਹ ਹੈਗੀ, ਇਹਦਾ ਮਾੜਾ ਪ੍ਰਭਾਵ ਤਾਂ ਦਲਿਤ ਵਿਦਿਆਰਥੀਆਂ ਤੇ ਜਾਣਾ ਜੀ। ਕਿਸ ਨੂੰ ਹੁੰਦਾ ਨਾ ਕਿ ਕਿਸੇ ਵੀ ਪਾਰਟੀ ਦੇ ਜਿਹੜਾ ਬਹੁਤ ਸਾਰੇ ਪੋਲੀਟੀਸ਼ੀਅਨ ਜਿਨ੍ਹਾਂ ਦੇ ਕਾਲਜ ਚੱਲਦੇ ਨੇ, ਤੁਹਾਡੀ ਸ਼ਾਇਦ ਸੁਣਵਾਈ ਘੱਟ ਹੋਵੇ, ਉਹਨਾਂ ਦੀ ਤੇ ਹੋ ਹੀ ਸਕਦੀ ਨਾ ਜੀ। ਫਿਰ ਉਹ ਤੇ ਮੋਰੀ ਬਣ ਸਕਦੀ। ਮੈਂ ਤਾਂ ਉਹਨਾਂ ਦੀ ਸੁਣਵਾਈ ਦਾ ਵੀ ਦੇਖ ਲਓ ਕਿਹੋ ਜਿਹਾ ਰਿਜ਼ਲਟ ਆ, ਵੀ 1850 ਕਰੋੜ ਰੁਪਏ ਬਕਾਇਆ ਪਿਆ ਜੇ ਸੁਣਵਾਈ ਹੋਵੇ। ਜੇ ਆਪਾਂ ਇਹੀ ਗੱਲ ਮੰਨ ਲਈਏ ਤੁਹਾਡੀ, ਤਾਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਇਹੋ ਜਿਹੀ ਸੁਣਵਾਈ ਹੈਗੀ ਹੈ। ਸਿਰਫ ਇਹ ਕੋਆਰਡੀਨੇਸ਼ਨ ਦੀ ਘਾਟ ਹੈ। ਇਹ ਮਹਿਕਮਿਆਂ ਦੇ ਵਿੱਚ ਜੋ ਅਫਸਰ ਬੈਠੇ ਨੇ ਜਾਂ ਹੋਰ ਬੈਠੇ ਨੇ, ਇੱਥੋਂ ਤੱਕ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਜਿਹੜੇ ਸਾਡੇ ਕੋਲ ਪੈਸੇ ਆਏ ਨੇ ਉਹ ਕਿਸ ਸਾਲ ਦੇ ਅਗੇਂਸਟ ਆਏ ਨੇ, ਸਾਨੂੰ ਇਹ ਵੀ ਨਹੀਂ ਪਤਾ। ਇਹ ਰੌਲਾ ਪੰਜਾਬ 'ਚ, ਜਿਵੇਂ ਵੈਸੇ ਹਰਿਆਣੇ 'ਚ ਵੀ ਕੇਸ ਦਰਜ ਹੋ ਗਿਆ, ਹਿਮਾਚਲ 'ਚ ਵੀ ਉਧਰ ਕਹਿੰਦੇ। ਦੇਖੋ, ਤੁਸੀਂ ਇਸ ਨੂੰ ਤਾਂ ਬਹੁਤ ਦੂਰ ਦੀ ਗੱਲ ਆ, ਤੁਸੀਂ ਪੈਨਸ਼ਨ ਸਕੀਮਾਂ ਨੇ, ਹੋਰ ਸਕੀਮਾਂ ਨੇ, ਕੇਸ ਕਿਹੜੀ ਸਕੀਮ 'ਚ ਦਰਜ ਨਹੀਂ ਹੁੰਦੇ? ਜਿਹੜਾ ਕੋਈ ਬੰਦਾ ਗਲਤ ਕਰੂਗਾ ਉਸ ਦਾ ਕੇਸ ਦਰਜ ਹੋਣਾ ਬਣਦਾ। ਪੂਰੀ ਸਕੀਮ ਤੇ ਪ੍ਰਭਾਵ ਪੈ ਜਾਂਦਾ। ਹਾਂ, ਪੂਰੀ ਸਕੀਮ ਤੇ ਪ੍ਰਭਾਵ ਪੈਂਦਾ, ਪਰ ਪੰਜਾਬ ਦੇ ਕੇਸ ਦੇ ਵਿੱਚ ਇਹੋ ਜਿਹਾ ਨਹੀਂ ਹੈਗਾ
ਹਾਂ, ਇਹਨਾਂ ਨੇ ਆਪਦੇ ਹੀ ਸਿਸਟਮ ਦੇ ਉੱਤੇ ਕਿੰਤੂ ਪਰੰਤੂ ਕੀਤਾ। ਆਪ ਇਹ ਕੇਂਦਰ ਨੂੰ ਲਿਖ ਦਿੱਤਾ ਹੋਊਗਾ ਵੀ ਜੀ ਇਹ ਸਾਨੂੰ ਇਹਦੇ 'ਚ ਕੋਈ ਗੰਦਲਾਪਣ ਜਾਪਦਾ, ਆਪ ਇਹ ਉਸ ਨੂੰ ਸਾਫ਼ ਨਹੀਂ ਕਰ ਸਕੇ, ਜਿਸ ਵਜ੍ਹਾ ਕਰਕੇ ਲਟਕੀ ਜਾਂਦਾ ਇਹ ਮਸਲਾ। ਤੁਰੀ ਸਾਹਿਬ, ਮੇਰਾ ਆਖਰੀ ਸਵਾਲ ਹੈ, ਤੁਹਾਡੀ ਵੀ ਮਜਬੂਰੀ, ਤੁਸੀਂ ਸਰਕਾਰ ਨੂੰ ਕਈ ਵਾਰ ਸੁਣਾਤਾ ਹੈਗਾ, ਦੱਸ ਵੀ ਦਿੱਤਾ, ਕਿਉਂਕਿ ਤੁਸੀਂ ਕਿਹਾ ਕਈ ਜਿਹੜੀਆਂ ਸੰਸਥਾਵਾਂ ਨੇ ਉਹ NP ਹੋ ਚੁੱਕੇ ਨੇ, ਕਈ ਜਿਹੜੇ ਬੰਦ ਹੋ ਗਈਆਂ ਨੇ ਜੀ। ਹੁਣ ਇਹਨੂੰ ਮਜਬੂਰੀ ਕਿਹਾ ਜਾ ਸਕਦਾ ਹੈਗਾ ਕਿ 1850 ਕਰੋੜ ਹੈ ਕਿ ਹੁਣ ਤੁਸੀਂ ਦਲਿਤ ਬੱਚਿਆਂ ਦੇ ਮੋਢੇ ਤੇ ਰੱਖ ਕੇ ਦਨਾਲੀਆਂ ਚਲਾਓਗੇ ਜੀ? ਬੇਨਤੀ ਇਹ ਹੈ ਜੀ ਵੀ ਆਪਾਂ ਇੱਕ ਸੰਸਥਾ ਹੋਣ ਦੇ ਨਾਤੇ ਸੋਚੀਏ, ਹੈ ਨਾ ਜੀ ਜੀ। ਇਹ ਇੱਕ ਤੁਹਾਨੂੰ ਹੋਰ ਫੈਕਟ ਦੱਸਦਾ ਮੈਂ, ਜੀ, ਜੀ। ਪੰਜਾਬ ਵਿੱਚ ਦਲਿਤ ਭਾਈਚਾਰਾ ਬਹੁਤ ਜ਼ਿਆਦਾ ਪਰਸੈਂਟੇਜ 34% ਦੀ ਹੈਗਾ ਘੱਟੋ ਹੈਗਾ ਨਾ ਜੀ। ਹੁਣ ਤੁਸੀਂ 34% ਹੈਗਾ ਜੀ ਜੀ। ਇੱਕ ਕਾਲਜ ਦੇ ਵਿੱਚ ਇਹ ਦਾਖਲਾ ਜਦੋਂ ਇਸ ਤਰ੍ਹਾਂ ਦੀ ਰਾਹਤ ਮਿਲਦੀ ਹੈ ਤਾਂ ਬੱਚੇ ਹੋਰ ਵੱਧ ਪੜ੍ਹਨ ਲੱਗ ਜਾਂਦੇ ਨੇ। ਬਿਲਕੁਲ ਜੀ। ਬਹੁਤ ਸਾਰੇ ਕਾਲਜ ਇਹੋ ਸੀਗੇ ਜਿਨ੍ਹਾਂ ਵਿੱਚ ਇਹ ਦਾਖਲਾ 60-70% ਤੱਕ ਵੀ ਪਹੁੰਚਿਆ ਹੋਇਆ ਸੀਗਾ। ਅੱਛਾ ਜੀ। ਹੁਣ ਜਿਹੜੇ ਕਾਲਜ ਕੋਲ ਰੈਗੂਲਰ ਵਿਦਿਆਰਥੀਆਂ ਕੋਲੋਂ ਫੀਸ ਆਉਣੀ ਆ 30% ਕੋਲੋਂ, 70% ਵਿਦਿਆਰਥੀਆਂ ਕੋਲੋਂ 5 ਸਾਲਾਂ ਤੋਂ ਫੀਸ ਨਹੀਂ ਆਉਣੀ, ਉਹ ਕੀ ਕਰੇ? ਯੂਨੀਵਰਸਿਟੀ ਦਾ ਇੱਕ ਕੋਰਸ ਹੈ ਸਾਡੇ ਕੋਲ ਹੈਗੀ ਹੈ ਜਿਹੜੀ ਅਸੀਂ ਦਲਿਤ ਵਿਦਿਆਰਥੀ ਤੋਂ ਲੈਣੀ ਸੀ ਜਾਂ ਉਹਦੇ ਬਦਲੇ ਸਰਕਾਰ ਤੋਂ ਲੈਣੀ ਸੀ, ਉਹ ਹੈਗੀ ਮੰਨ ਲਓ 15,000। ਉਹਦੀ ਅਸੀਂ 3500 ਰੁਪਏ ਐਗਜ਼ਾਮੀਨੇਸ਼ਨ ਯੂਨੀਵਰਸਿਟੀ ਨੂੰ ਉਹ ਵੀ ਕਾਲਜ ਆਪਦੇ ਕੋਲੋਂ ਭਰ ਰਿਹਾ ਜੀ। ਅਸੀਂ ਇੱਕ ਯੂਨੀਵਰਸਿਟੀ ਨੂੰ ਬੇਨਤੀ ਕੀਤੀ ਵੀ ਤੁਸੀਂ ਘੱਟ ਤੋਂ ਘੱਟ, ਤੁਸੀਂ ਵੀ ਸਰਕਾਰ ਦਾ ਅਦਾਰਾ, ਵੀ ਤੁਸੀਂ ਤਾਂ ਸਾਡੇ ਨਾਲ ਉਧਾਰ ਕਰ ਲਓ। ਅਸੀਂ ਦਲਿਤ ਵਿਦਿਆਰਥੀ ਨੂੰ ਸਹਾਇਤਾ ਕੀਤੀ ਹੈ। ਉਹ ਕਹਿੰਦੇ ਜੀ ਸਾਡੇ ਕੈਲੰਡਰ 'ਚ ਇਹ ਚੀਜ਼ਾਂ ਨਹੀਂ ਹੈਗੀਆਂ, ਸਾਨੂੰ ਤਾਂ ਭਰੋਗੇ ਤਾਂ ਅਸੀਂ ਰੋਲ ਨੰਬਰ ਜਾਰੀ ਕਰਾਂਗੇ, ਨਹੀਂ ਕਰਦੇ। ਉਹ ਕਹਿ ਰਹੇ ਕਿ ਸਾਡੀ ਖੁਦ ਮੁਖਤਿਆਰੀ ਬਹੁਤ ਥੋੜੀ ਹੈਗੀ ਨਾ ਅਸੀਂ, ਉਹ ਕਹਿੰਦੇ ਜੀ ਇਹ ਪੈਸੇ ਤੁਹਾਨੂੰ ਰੀਇੰਬਰਸਮੈਂਟ ਹੋਣੇ ਨੇ, ਸਾਨੂੰ ਨਹੀਂ ਹੋਣੇ, ਇਸ ਕਰਕੇ ਯੂਨੀਵਰਸਿਟੀ ਦੀ ਖੁਦ ਮੁਖਤਿਆਰੀ ਬੋਰਡ ਹੀ ਹੋਗੀ ਨਾ ਜੀ। ਅਸੀਂ ਉਹਨਾਂ ਨੂੰ ਇਹ ਵੀ ਕਹਿਤਾ ਵੀ ਅਸੀਂ ਲਿਖ ਕੇ ਦੇ ਦਿੰਦੇ ਹਾਂ ਜੀ ਵੀ ਇਹ ਬੱਚਿਆਂ ਦੀ ਐਗਜ਼ਾਮੀਨੇਸ਼ਨ ਭਲਾਈ ਵਿਭਾਗ ਨੂੰ ਲਿਖ ਦਿੰਦੇ ਹਾਂ, ਐਗਜ਼ਾਮੀਨੇਸ਼ਨ ਫੀਸ ਯੂਨੀਵਰਸਿਟੀ ਨੂੰ ਦੇ ਦਿੱਤੋ ਜੀ ਜੀ। ਲਓ, ਸਾਡੀ ਇਹ ਕਿੰਨੀ ਛੋਟੀ ਮੰਗ 4 ਸਾਲਾਂ ਤੋਂ ਨਹੀਂ ਪੂਰੀ ਹੋਈ। ਹੁਣ ਤੁਸੀਂ ਇਹ ਗੈਪ ਹੀ ਹੈ ਕਿ ਜਾਂ ਹੋਰ ਕੋਈ ਰੌਲਾ? ਨਹੀਂ, ਹੋਰ ਕੋਈ ਰੌਲਾ ਨਹੀਂ ਜੀ। ਕੋਈ ਵੀ ਬਾਲੀ ਵਾਰਸ ਨਹੀਂ ਹੈਗਾ ਇੱਥੇ। ਸਰਕਾਰ ਦੇ ਵਿੱਚ ਬਹੁਤ ਸਿਆਣੇ ਪੋਲੀਟੀਸ਼ੀਅਨ ਆ, ਬਹੁਤ ਸਿਆਣੇ ਆਫੀਸਰ ਹੈਗੇ ਨੇ ਜੀ। ਸਰ ਉਸ ਦੇ ਵਾਸਤੇ ਕਿੰਨੀਆਂ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ। ਜਿਹੜੇ ਸਿਆਣੇ ਕਹਿਣੇ ਹੋ, ਸਿਆਣਿਆਂ ਨਾਲ ਵੀ, ਉਸ ਤੋਂ ਵੱਡੇ ਸਿਆਣਿਆਂ ਨਾਲ ਵੀ, ਸਭ ਨਾਲ ਹੋ ਚੁੱਕੀਆਂ ਨੇ ਜੀ। ਉਹ ਕਨਵਿੰਸ ਹੋ ਜਾਂਦੇ ਨੇ, ਸਮਝਦੇ ਨੇ। ਹਰੇਕ ਬੰਦਾ ਅੱਜ ਇਸ ਦੀ, ਹਰ ਇੱਕ ਅਫਸਰ, ਹਰ ਇੱਕ ਮੰਤਰੀ ਸਾਹਿਬਾਨ ਸਾਰੇ ਸਮਝਦੇ ਨੇ ਵੀ ਇਸ ਟਾਈਮ ਕਾਲਜ ਪੂਰਨ ਸੰਕਟ 'ਚ ਨੇ, ਸਭ ਨੂੰ ਪਤਾ ਇਸ ਗੱਲ ਦਾ। ਲੇਕਿਨ ਆਪਦੇ ਹੀ ਵਿਭਾਗ ਦੇ ਵਿੱਚ ਕੋਆਰਡੀਨੇਸ਼ਨ ਹੋਣ ਕਾਰਨ, ਠੀਕ ਹੈ ਜੀ, ਗੱਲ ਅੱਜ ਭੁਗਤ ਕੌਣ ਰਹੇ ਨੇ? ਵਿਦਿਆਰਥੀ। ਜਿਹੜਾ ਆਪਣਾ ਐਜੂਕੇਸ਼ਨ ਦੇ ਮਸਲੇ ਪੰਜਾਬ ਵਿੱਚ ਦੂਜੇ ਤੀਜੇ ਨੰਬਰ ਤੇ ਹੁੰਦੇ, ਇਹ ਵੀ ਵਜ੍ਹਾ ਕਿ ਇਹ 17ਵੇਂ ਤੇ ਪਹੁੰਚ ਗਏ, ਇਹ ਵੀ ਵਜ੍ਹਾ ਹੈਗੀ ਜੀ? ਸਰ ਮੈਨੂੰ ਤਾਂ ਲੱਗਦਾ ਜੇ ਇਹ ਹਾਲਾਤ ਰਹੇ ਤਾਂ ਲਾਸਟ ਤੇ ਨਾ ਪਹੁੰਚ ਜੀ ਆਪਾਂ, ਜਿਹੜੇ ਹਾਲਾਤ ਚੱਲ ਰਹੇ ਨੇ। ਠੀਕ ਹੈ, ਇਨਫਰਾਸਟ੍ਰਕਚਰ ਪੰਜਾਬ ਵਰਗਾ ਕਿਤੇ ਨਹੀਂ ਹੈਗਾ ਜੀ। ਜੀ। ਤੁਸੀਂ ਜਿੰਨੇ ਮਰਜ਼ੀ ਸਟੇਟਸ ਘੁੰਮੇ ਆਓ, ਇੱਥੇ ਇੰਨੇ ਆਲੀਸ਼ਾਨ। ਇੱਕ ਦੌਰ ਸੀਗਾ ਜਦੋਂ ਪੰਜਾਬ ਦੇ ਵਿਦਿਆਰਥੀ ਇੰਜੀਨੀਅਰਿੰਗ ਕਰਨ ਵਾਲੇ ਵਿਦਰ ਜਾਂਦੇ ਹੁੰਦੇ ਸੀ, ਮਹਾਰਾਸ਼ਟਰ ਜਾਂਦੇ। ਬਿਲਕੁਲ ਜੀ। ETT ਵਾਸਤੇ ਜੰਮੂ, ਉਦੋਂ ਸਾਨੂੰ ਹੋਸ਼ ਨਹੀਂ ਆਇਆ। ਅਸੀਂ ਸਾਰਾ ਪੰਜਾਬ ਦਾ ਯੂਥ ਤੇ ਪੈਸਾ ਬਾਹਰਲੇ ਸਟੇਟਾਂ ਨੂੰ ਭੇਜਤਾ, ਹੁਣ ਬਾਹਰ ਨੂੰ ਭੇਜਤਾ, ਫੋਰਨ ਕੰਟਰੀਜ਼ ਨੂੰ ਭੇਜਤਾ। ਜਿਹੜਾ ਇੱਥੇ ਬਚਿਆ ਖੁਚਿਆ ਜੋ ਵੀ ਸੀਗਾ, ਜੋ ਇਹਨਾਂ ਸਕੀਮਾਂ ਨਾਲ ਇੱਥੇ ਸਟੇਬਲ ਰਹਿਣਾ ਸੀਗਾ, ਉਹ ਵੀ ਅਸੀਂ ਗੰਦਲਾ ਕਰ ਲਿਆ ਪ੍ਰੋਗਰਾਮ। ਚਲੋ, ਤੁਸੀਂ ਸਾਹਿਬ, ਤੁਸੀਂ ਸਾਡਾ ਸਮਾਂ ਕਿਹੜਾ, ਤੁਹਾਡਾ ਬਹੁਤ ਬਹੁਤ ਜੀ, ਧੰਨਵਾਦ ਜੀ। ਇਹ ਬਿਲਕੁਲ, ਕਿਉਂਕਿ ਪੰਜਾਬ ਦੇ ਜਿਹੜੇ ਪ੍ਰਾਈਵੇਟ ਕਾਲਜਾਂ ਦਾ ਮਸਲਾ ਨਹੀਂ ਹੈ, ਮਸਲਾ ਤੇ ਪੰਜਾਬ ਦੇ ਉਹ ਦਲਿਤ ਆਬਾਦੀ ਦਾ, ਜਿਹੜੀ ਆਬਾਦੀ ਤੇ ਸਰਕਾਰਾਂ ਜਾਂ ਪਾਰਟੀਆਂ ਸੱਤਾ ਸਾਂਭਣ ਦੀਆਂ ਕੋਸ਼ਿਸ਼ ਕਰਦੀਆਂ। ਕਿਉਂਕਿ ਪੰਜਾਬ ਦੇ ਵਿੱਚ 34% ਦੇ ਕਰੀਬ ਦਲਿਤ ਭਰਾਵਾਂ ਦੀ ਜਨਸੰਖਿਆ ਤੇ ਉਹ ਬਹੁਤ ਵੱਡਾ ਇੱਕ ਵੋਟ ਬੈਂਕ ਵੀ ਹੈ। ਲੇਕਿਨ ਉਸ ਵੱਡੇ ਵੋਟ ਬੈਂਕ ਦੇ 3 ਲੱਖ ਵਿਦਿਆਰਥੀ ਜਿਹੜੇ ਹੁਣ ਉਹਨਾਂ ਦੀ ਜਿਹੜੀ ਗਿਣਤੀ ਉਹ ਘਟ ਕੇ 2 ਲੱਖ ਰਹਿ ਗਈ ਹੈ। ਤੇ ਜਿੱਦਾਂ ਦੇ ਦੱਸਿਆ ਜਾ ਰਿਹਾ ਕਿ ਅਗਰ 1850 ਕਰੋੜ ਰੁਪਈਆ ਨਾ ਮਿਲਿਆ ਤਾਂ ਗਿਣਤੀ 5000 ਵੀ ਨਹੀਂ ਰਹਿਣੀ। ਤੇ ਸਰਕਾਰਾਂ ਦੇ ਤਾਂ ਪਹਿਲਾਂ ਹੀ ਇਲਜ਼ਾਮ ਲੱਗਦੇ ਨੇ ਕਿ ਸਰਕਾਰਾਂ ਦੀ ਜਿਹੜੀ ਪ੍ਰਾਇੋਰਟੀ ਆ ਉਹ ਨਾ ਹੈਲਥ ਰਹੀ ਹੈ ਤੇ ਨਾ ਸਿੱਖਿਆ। ਤੇ ਇਸ ਕਰਕੇ ਸਰਕਾਰ ਨੂੰ ਸੋਚਣਾ ਪਏਗਾ, ਕਿਉਂਕਿ ਲੋਕਾਂ ਵਾਸਤੇ ਹੁੰਦੀ ਆ ਸਰਕਾਰ, ਲੋਕ ਚਾਹੁੰਦੇ ਨੇ। ਤੇ ਇਸ ਕਰਕੇ ਸਰਕਾਰਾਂ ਦਾ ਇਹ ਮੁੱਢਲਾ ਫਰਜ਼ ਆ। ਤੁਸੀਂ ਬਣੋ NBD ਨਿਊਜ਼ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ।